ਇੰਜੀਨੀਅਰਿੰਗ ਮੈਥਮੈਟਿਕਸ 1 ਤੇ ਲੈਕਚਰ ਦੇ ਵਿੱਚ ਤੁਹਾਡਾ ਫਿਰ ਤੋਂ ਸਵਾਗਤ ਹੈ। ਅਤੇ ਇਹ ਲੈਕਚਰ ਨੰਬਰ 19 ਹੈ ਅਤੇ ਅੱਜ ਅਸੀਂ ਦੋ ਵੇਰੀਏਬਲਸ ਦੇ ਫੰਕਸ਼ਨਸ ਦੇ ਮੈਕਸਿਮਾ, ਮਿਨੀਮਾ ਤੇ ਚਰਚਾ ਨੂੰ ਕੰਟੀਨਿਊ ਰੱਖਾਂਗੇ। ਅਤੇ ਖਾਸ ਤੌਰ ਤੇ ਅੱਜ ਅਸੀਂ ਕੁਝ ਵਿਸ਼ੇਸ਼ ਪ੍ਰਸ਼ਨ ਦੇਖਾਂਗੇ ਜਿਸ ਵਿੱਚ ਅਸੀਂ ਪਿਛਲੇ ਲੈਕਚਰਾਂ ਦੇ ਵਿੱਚ ਚਰਚਾ ਕੀਤੇ ਵਿਚਾਰ ਨੂੰ ਲਾਗੂ ਕਰਾਂਗੇ। ਇੱਕ ਵਾਰ ਜੇ ਦੁਹਰਾਈਏ ਤੇ ਅਸੀਂ ਪਿਛਲੇ ਲੈਕਚਰ ਦੇ ਵਿੱਚ ਲੋਕਲ ਐਕਸਟ੍ਰੀਮਾ ਦੇ ਬਾਰੇ ਪੜ੍ਹਿਆ ਸੀ ਅਤੇ ਨਾਲ ਹੀ ਸਫੀਸ਼ੈਂਟ ਕੰਡੀਸ਼ਨਸ ਅਤੇ ਜ਼ਰੂਰੀ ਕੰਡੀਸ਼ਨਸ ਦੇ ਬਾਰੇ ਜਾਣਕਾਰੀ ਹਾਸਿਲ ਕੀਤੀ ਸੀ। ਸਾਨੂੰ ਪਹਿਲਾਂ ਸਾਰੇ ਕ੍ਰਿਟੀਕਲ ਪੁਆਇੰਟ ਲੱਭਣ ਦੀ ਲੋੜ ਹੈ ਅਤੇ ਉਹ ਕ੍ਰਿਟੀਕਲ ਪੁਆਇੰਟ ਜੋ ਸਾਨੂੰ ਇਹ ਇਕੁਏਸ਼ਨ ਹੱਲ ਕਰਕੇ ਮਿਲਣਗੇ। ਇਸ ਲਈ x ਦੇ ਸੰਬੰਧ ਵਿੱਚ f ਦਾ ਪਾਰਸ਼ਲ ਡੈਰੀਵੇਟਿਵ 0 ਤੇ ਸੈੱਟ ਹੋਵੇਗਾ ਅਤੇ y ਦੇ ਸੰਬੰਧ ਵਿੱਚ f ਦੇ ਪਾਰਸ਼ਲ ਡੈਰੀਵੇਟਿਵ ਨੂੰ 0 ਤੇ ਸੈੱਟ ਕੀਤਾ ਜਾਵੇਗਾ ਅਤੇ ਫਿਰ ਅਸੀਂ ਇਹ ਦੋ ਇਕੁਏਸ਼ਨ ਨੂੰ ਹੱਲ ਕਰਾਂਗੇ ਉਹਨਾਂ ਸਾਰੇ ਪੁਆਇੰਟ ਨੂੰ ਪ੍ਰਾਪਤ ਕਰਨ ਲਈ ਜੋ ਇਹਨਾਂ ਇਕੁਏਸ਼ਨ ਨੂੰ ਪੂਰਾ ਕਰਨਗੇ। ਇਸ ਲਈ ਉਹ ਕ੍ਰਿਟੀਕਲ ਪੁਆਇੰਟ ਹੋਣਗੇ ਅਤੇ ਫਿਰ ਹਰੇਕ ਕ੍ਰਿਟੀਕਲ ਪੁਆਇੰਟ ਦੇ ਲਈ ਅਸੀਂ ਮੁਲਾਂਕਣ ਕਰਾਂਗੇ। ਇਹ ਨੋਟੇਸ਼ਨ R ਹੈ ਜਿਸ ਦੀ ਵਰਤੋਂ ਅਸੀਂ x ਦੇ ਸੰਬੰਧ ਵਿੱਚ ਹਰੇਕ ਕ੍ਰਿਟੀਕਲ ਪੁਆਇੰਟ ਤੇ ਦੂਜੇ ਡੈਰੀਵੇਟਿਵ ਦੇ ਲਈ ਵਰਤੋਂ ਕੀਤੀ ਹੈ। ਅਤੇ ਫਿਰ s ਇੱਥੇ ਮਿਕਸਡ ਡੈਰੀਵੇਟਿਵ ਹੈ ਅਤੇ t ਜੋ ਕਿ ਇਸ ਫੰਕਸ਼ਨ f ਦਾ 2 ਟਾਈਮਸ y ਡੈਰੀਵੇਟਿਵ ਹੈ। ਅਤੇ ਫਿਰ ਪਛਾਣ ਦੇ ਲਈ ਸਾਨੂੰ ਇਹ ਪਤਾ ਲੱਗਦਾ ਹੈ ਕਿ ਜੇਕਰ ਇਹ rt-s² ਇਸ ਲਈ rt ਅਤੇ -s² ਇਹ ਪੋਜ਼ਿਟਿਵ ਹੈ ਅਤੇ ਇਹ r ਨੈਗੇਟਿਵ ਹੈ ਤੇ ਫਿਰ ਸਾਡੇ ਕੋਲ ਪੁਆਇੰਟ ਆਫ ਮੈਕਸਿਮਮ ਹੈ। ਅਤੇ ਫਿਰ ਜੇਕਰ ਪੁਆਇੰਟ ਤੇ ਸਾਡੇ ਕੋਲ ਦੁਬਾਰਾ ਤੋਂ ਇਹ rt-s² ਪੋਜ਼ਿਟਿਵ ਹੈ ਅਤੇ r ਪੋਜ਼ਿਟਿਵ ਹੈ ਤਾਂ ਫਿਰ ਇਹ ਪੁਆਇੰਟ ਆਫ ਮਿਨੀਮਮ ਹੈ। ਇਸ ਤਰ੍ਹਾਂ ਜਦੋਂ ਇਹ ਨੈਗੇਟਿਵ rt-s² ਹੁੰਦਾ ਹੈ ਤਾਂ ਫਿਰ ਇਹ ਸੈਡਲ ਪੁਆਇੰਟ ਹੁੰਦਾ ਹੈ ਅਤੇ ਜੇਕਰ ਇਹ rt-s² 0 ਹੈ ਤੇ ਇਹ ਦੂਜੇ ਡੈਰੀਵੇਟਿਵ ਦਾ ਟੈਸਟ ਅਸਫਲ ਹੁੰਦਾ ਹੈ ਅਤੇ ਸਾਨੂੰ ਹੋਰ ਤਰੀਕਿਆਂ ਦੇ ਨਾਲ ਅੱਗੇ ਪਤਾ ਕਰਨਾ ਪਵੇਗਾ। ਆਓ ਇੱਥੇ ਦਿੱਤੇ ਪ੍ਰਸ਼ਨ ਤੇ ਚਰਚਾ ਕਰੀਏ ਤਾਂ ਅਸੀਂ ਫੰਕਸ਼ਨ f(x, y) ਦਾ ਲੋਕਲ ਐਕਸਟ੍ਰੀਮਾ ਪਤਾ ਕਰਨਾ ਹੈ ਜੋ 4x² + y² ਦੇ ਇਕੁਅਲ ਹੈ ਜਿਸ ਨੂੰ e ਪਾਵਰ -x² - 4y² ਦੇ ਨਾਲ ਗੁਣਾ ਕੀਤਾ ਗਿਆ ਹੈ। ਸਾਨੂੰ ਇਹ f(x) ਕੰਪਿਊਟ ਕਰਨ ਦੀ ਲੋੜ ਹੈ ਇਸ ਲਈ f(x) ਹੁੰਦਾ ਹੈ ਜੇਕਰ ਅਸੀਂ ਇਸ ਨੂੰ x ਦੇ ਸੰਬੰਧ ਵਿੱਚ ਡਿਫਰੈਂਸ਼ੀਏਟ ਕਰਦੇ ਹਾਂ y ਨੂੰ ਕੌਨਸਟੈਂਟ ਰੱਖ ਕੇ ਤਾਂ ਸਾਡੇ ਕੋਲ ਪਹਿਲੀ ਟਰਮ ਹੋਵੇਗੀ। ਆਓ ਇਸ ਨੂੰ ਇਸੇ ਤਰ੍ਹਾਂ ਰਹਿਣ ਦਿੰਦੇ ਹਾਂ ਕਿਉਂਕਿ ਇਹ ਪ੍ਰੋਡਕਟ ਰੂਲ ਹੈ ਅਤੇ ਫਿਰ ਇੱਥੇ ਅਸੀਂ ਡਿਫਰੈਂਸ਼ੀਏਟ ਕਰਾਂਗੇ ਇਸ ਲਈ e ਪਾਵਰ -x² ਅਤੇ -4y² ਅਤੇ ਫਿਰ -x² - 4y² ਦਾ ਡੈਰੀਵੇਟਿਵ ਜੋ ਕਿ x ਦੇ ਸੰਬੰਧ ਵਿੱਚ -2x ਹੋਵੇਗਾ ਅਤੇ ਫਿਰ ਪਲੱਸ ਇਸ ਲਈ ਇੱਥੇ ਇਹ 8x ਹੈ ਪਹਿਲੀ ਟਰਮ ਦਾ ਡੈਰੀਵੇਟਿਵ 8x ਹੋਵੇਗਾ ਅਤੇ ਫਿਰ ਇੱਥੇ e ਪਾਵਰ -x² - 4y² ਹੈ ਅਤੇ ਫਿਰ ਇਹ ਟਰਮ ਅਸੀਂ ਇਸ x ਦੇ ਨਾਲ ਕਾਮਨ ਲੈ ਸਕਦੇ ਹਾਂ ਅਤੇ ਅਸਲ ਵਿੱਚ ਇਹ 2x ਅਸੀਂ ਕਾਮਨ ਲੈ ਸਕਦੇ ਹਾਂ ਅਤੇ e ਪਾਵਰ -x² - 4y² ਅਤੇ ਫਿਰ ਇਸ ਪਹਿਲੀ ਟਰਮ ਤੋਂ ਸਾਨੂੰ ਇਹ 4x² ਮਿਲੇਗਾ ਅਤੇ -y² ਇਸ ਲਈ ਮਾਈਨਸ ਸਾਈਨ ਦੇ ਨਾਲ ਕਿਉਂਕਿ ਉੱਥੇ ਮਾਈਨਸ ਸਾਈਨ ਸੀ ਅਤੇ ਇੱਥੇ ਅਸੀਂ ਪਹਿਲਾਂ ਤੋਂ ਹੀ 2 ਟਾਈਮਸ x ਲਿਆ ਹੈ ਅਤੇ ਇਹ ਐਕਸਪੋਨੈਂਸ਼ੀਅਲ ਫੰਕਸ਼ਨ ਇਸ ਲਈ ਸਾਨੂੰ ਬਸ ਇੱਥੇ 4 ਮਿਲੇਗਾ। ਇਸ ਫੰਕਸ਼ਨ ਦਾ ਪਹਿਲਾ ਡੈਰੀਵੇਟਿਵ x ਦੇ ਸੰਬੰਧ ਵਿੱਚ ਜੋ ਕਿ ਇੱਥੇ ਲਿਖਿਆ ਗਿਆ ਹੈ 2x ਅਤੇ ਇਹ ਐਕਸਪੋਨੈਂਸ਼ੀਅਲ ਫੰਕਸ਼ਨ 4 - 4² - y²। ਇਸ ਤਰ੍ਹਾਂ ਹੀ ਅਸੀਂ y ਦੇ ਸੰਬੰਧ ਵਿੱਚ ਫਸਟ ਆਰਡਰ ਡੈਰੀਵੇਟਿਵ ਪ੍ਰਾਪਤ ਕਰ ਸਕਦੇ ਹਾਂ। ਇਸ ਲਈ ਹੁਣ ਅਸੀਂ ਇੱਥੇ y ਦੇ ਸੰਬੰਧ ਵਿੱਚ ਡਿਫਰੈਂਸ਼ੀਏਟ ਕਰਾਂਗੇ ਅਤੇ ਫਿਰ ਦੁਬਾਰਾ ਪ੍ਰੋਡਕਟ ਰੂਲ ਲਾਗੂ ਹੋਵੇਗਾ। ਸਾਨੂੰ ਇਹ 2 ਟਾਈਮਸ y ਹੁਣ ਮਿਲੇਗਾ ਅਤੇ ਇੱਥੇ ਉਸੇ ਤਰ੍ਹਾਂ ਦਾ ਹੀ ਐਕਸਪੋਨੈਂਸ਼ੀਅਲ ਫੰਕਸ਼ਨ ਅਤੇ ਉਹ ਐਕਸਟਰਾ ਟਰਮ 1 - 16x² - 4y² ਅਤੇ ਕ੍ਰਿਟੀਕਲ ਪੁਆਇੰਟ ਹੁਣ ਅਸੀਂ ਇਹਨਾਂ ਦੋ ਇਕੁਏਸ਼ਨ ਨੂੰ ਹੱਲ ਕਰਕੇ ਪ੍ਰਾਪਤ ਕਰ ਸਕਦੇ ਹਾਂ। ਇਸ ਲਈ ਜੇਕਰ ਅਸੀਂ ਇਹਨਾਂ ਇਕੁਏਸ਼ਨ ਨੂੰ 0 ਤੇ ਸੈੱਟ ਕਰਦੇ ਹਾਂ ਉਸ ਕੇਸ ਵਿੱਚ ਅਸੀਂ ਇਸ ਨੂੰ ਪਹਿਲੀ ਇਕੁਏਸ਼ਨ ਤੋਂ ਪ੍ਰਾਪਤ ਕਰਾਂਗੇ ਕਿਉਂਕਿ ਐਕਸਪੋਨੈਂਸ਼ੀਅਲ 0 ਨਹੀਂ ਹੋ ਸਕਦਾ ਹੈ। x 0 ਹੋਵੇਗਾ ਜਾਂ ਇਸ ਬ੍ਰੈਕਟ ਵਿੱਚ ਇਹ ਟਰਮ ਨੂੰ 0 ਹੋਣਾ ਪਵੇਗਾ ਇਸ ਲਈ ਚਲੋ ਮੰਨ ਲੈਂਦੇ ਹਾਂ ਕਿ x 0 ਹੈ। ਜਦੋਂ x 0 ਹੈ f(x) ਇਸ x ਦੇ ਨਾਲ ਕਿਸੇ ਵੀ ਪੁਆਇੰਟ ਤੇ 0 ਦੇ ਬਰਾਬਰ ਹੈ ਜੋ ਕਿਸੇ ਵੀ y ਦੇ ਲਈ ਇਹ 0 ਹੋਵੇਗਾ ਇਸ ਲਈ ਸਾਡੇ ਕੋਲ x 0 ਦੇ ਇਕੁਅਲ ਹੈ ਜੋ ਕਿ ਇਸ f(x) ਨੂੰ 0 ਤੇ ਸੈੱਟ ਕਰ ਸਕਦਾ ਹੈ।
ਅਤੇ ਹੁਣ ਜਦੋਂ x 0 ਹੈ ਇਸ ਲਈ ਇੱਥੋਂ ਸਾਨੂੰ ਇਸ ਟਰਮ ਨੂੰ 0 ਬਣਾਉਣ ਦੀਆਂ ਦੋ ਸੰਭਾਵਨਾਵਾਂ ਮਿਲਦੀਆਂ ਹਨ। ਜਾਂ ਤਾਂ y 0 ਹੋਵੇਗਾ, ਉਸ ਕੇਸ ਵਿੱਚ ਵੀ ਇਹ ਟਰਮ 0 ਹੋਵੇਗੀ, ਜਾਂ ਇੱਥੇ ਜਦੋਂ ਅਸੀਂ x ਨੂੰ 0 ਤੇ ਸੈੱਟ ਕਰਦੇ ਹਾਂ ਤਾਂ ਸਾਨੂੰ ਇਹ 116x ਸਕੁਏਅਰ 1 4y ਸਕੁਏਅਰ ਜੋ 0 ਦੇ ਬਰਾਬਰ ਮਿਲਦਾ ਹੈ ਕਿਉਂਕਿ x ਨੂੰ 0 ਕਿਹਾ ਜਾਂਦਾ ਹੈ। ਇਸ ਲਈ ਇੱਥੇ ਸਾਡੇ ਕੋਲ ਹੈ 1 4y ਸਕੁਏਅਰ 0 ਜਿੱਥੇ ਸਾਨੂੰ ਮਿਲੇਗਾ ਕਿ 1 is equal to plus minus 1 over 2। ਇਸ ਮਾਮਲੇ ਦੇ ਵਿੱਚ ਜਦੋਂ ਅਸੀਂ x 0 ਨੂੰ ਸੈੱਟ ਕਰਦੇ ਹਾਂ ਇੱਥੇ ਸਾਡੇ ਕੋਲ ਦੂਜੀ ਇਕੁਏਸ਼ਨ ਤੋਂ ਦੋ ਸੰਭਾਵਨਾਵਾਂ ਹਨ ਤਾਂ ਜੋ 0 ਤੇ ਸੈੱਟ ਕਰ ਸਕੀਏ ਜਾਂ y 0 ਦੇ ਬਰਾਬਰ ਹੈ ਜੋ ਕਿ ਇਸ ਨੂੰ 0 ਬਣਾਵੇਗਾ, ਜਾਂ ਇਸ ਦੇ ਨਾਲ ਹੀ x 0 ਦੇ ਇਕੁਅਲ ਹੈ ਜੇਕਰ ਅਸੀਂ y ਨੂੰ ਪਲੱਸ ਹਾਫ ਜਾਂ ਮਾਈਨਸ ਹਾਫ ਦੇ ਇਕੁਅਲ ਲੈਂਦੇ ਹਾਂ ਉਹ ਵੀ 0 ਹੋਵੇਗਾ। ਇਸ ਲਈ ਬੇਸਿਕਲੀ ਸਾਨੂੰ ਅਸਲ ਵਿੱਚ 2-3 ਪੁਆਇੰਟ ਮਿਲ ਰਹੇ ਹਨ ਇਸ ਲਈ 0 0 ਇੱਕ ਪੁਆਇੰਟ ਹੈ ਅਤੇ ਫਿਰ 0 ਪਲੱਸ ਹਾਫ ਹੋਰ ਪੁਆਇੰਟ ਅਤੇ 0 ਮਾਈਨਸ ਹਾਫ ਹੋਰ ਪੁਆਇੰਟ। ਇਸ ਲਈ ਇੱਥੇ 3 ਪੁਆਇੰਟ ਹਨ ਜੋ ਇਹਨਾਂ ਸੰਭਾਵਨਾਵਾਂ ਦੇ ਨਾਲ ਇਸ fxy ਦੋਨਾਂ ਨੂੰ 0 ਬਣਾ ਸਕਦੇ ਹਨ। ਅਤੇ ਹੁਣ ਸਾਡੇ ਕੋਲ ਇੱਕ ਹੋਰ ਹੈ ਇਸ ਲਈ ਜੇਕਰ ਦੂਜੀ ਇਕੁਏਸ਼ਨ ਤੋਂ y 0 ਹੈ ਜੋ ਕਿ ਇਸ ਡੈਰੀਵੇਟਿਵ ਨੂੰ 0 ਬਣਾ ਰਿਹਾ ਹੈ ਪਹਿਲੇ ਤੋਂ ਸਾਨੂੰ ਮਿਲ ਸਕਦਾ ਹੈ ਜਦੋਂ ਅਸੀਂ ਇੱਥੇ y ਨੂੰ 0 ਤੇ ਸੈੱਟ ਕਰਦੇ ਹਾਂ ਇਸ ਲਈ ਸਾਡੇ ਕੋਲ 4 ਇਹ 4x ਸਕੁਏਅਰ ਜੋ ਕਿ 0 ਦੇ ਇਕੁਅਲ ਹੋਵੇਗਾ। ਇਸ ਲਈ ਸਾਨੂੰ x ਪਲੱਸ ਮਾਈਨਸ 1 ਦੇ ਇਕੁਅਲ ਮਿਲੇਗਾ। ਇਹ y 0 ਦੇ ਨਾਲ ਹੋਰ ਪੁਆਇੰਟ ਹਨ ਇਸ ਲਈ ਸਾਡੇ ਕੋਲ ਪਲੱਸ 1 0 ਅਤੇ ਮਾਈਨਸ 1 0 ਹੋਵੇਗਾ ਅਤੇ ਇਸੇ ਤਰ੍ਹਾਂ ਹੀ ਹੋਰ ਪੁਆਇੰਟ 1 0 ਹੋਵੇਗਾ ਅਤੇ ਫਿਰ ਸਾਡੇ ਕੋਲ ਮਾਈਨਸ 1 ਅਤੇ 0 ਹੋਵੇਗਾ। ਹੁਣ ਜੇਕਰ ਅਸੀਂ ਇਸ ਟਰਮ ਨੂੰ 0 ਬਣਾਉਣ ਦੀ ਕੋਸ਼ਿਸ਼ ਕਰਦੇ ਹਾਂ ਤਾਂ ਸਾਨੂੰ ਪਹਿਲੀ ਇਕੁਏਸ਼ਨ ਤੋਂ ਕੀ ਮਿਲੇਗਾ, ਸਾਨੂੰ ਮਿਲ ਰਿਹਾ ਹੈ ਕਿ 4x ਸਕੁਏਅਰ ਪਲੱਸ y ਸਕੁਏਅਰ ਦੇ ਇਕੁਅਲ ਹੈ। ਦੂਜੀ ਇਕੁਏਸ਼ਨ ਤੋਂ ਸਾਨੂੰ 16x ਸਕੁਏਅਰ ਅਤੇ ਪਲੱਸ 4y ਸਕੁਏਅਰ ਮਿਲ ਰਿਹਾ ਹੈ। ਠੀਕ ਹੈ, x ਸਕੁਏਅਰ ਪਲੱਸ 4y ਸਕੁਏਅਰ। ਇਸ ਲਈ ਜੇਕਰ ਅਸੀਂ ਧਿਆਨ ਨਾਲ ਦੇਖੋ ਇੱਥੇ ਜੇਕਰ ਅਸੀਂ 4 ਨੂੰ ਕਾਮਨ ਲੈਂਦੇ ਹਾਂ ਤਾਂ ਇਹ 1/4 ਹੋਵੇਗਾ। ਇੱਥੇ ਰਾਈਟ ਹੈਂਡ ਸਾਈਡ ਇਹ 4x ਸਕੁਏਅਰ ਪਲੱਸ y ਸਕੁਏਅਰ। ਇਸ ਲਈ ਸਾਨੂੰ ਇਹਨਾਂ ਦੋ ਇਕੁਏਸ਼ਨ ਦਾ ਕੋਈ ਸੋਲਿਊਸ਼ਨ ਨਹੀਂ ਮਿਲੇਗਾ ਕਿਉਂਕਿ ਪਹਿਲੀ ਇਕੁਏਸ਼ਨ ਦੇ ਅਨੁਸਾਰ x ਸਕੁਏਅਰ ਪਲੱਸ y ਸਕੁਏਅਰ 4 ਦੇ ਇਕੁਅਲ ਹੈ ਜਦਕਿ ਦੂਜੀ ਵਿੱਚ ਕਿਹਾ ਗਿਆ ਹੈ ਕਿ 4x ਸਕੁਏਅਰ ਪਲੱਸ y ਸਕੁਏਅਰ 1/4 ਹੋਵੇਗਾ। ਇਸ ਲਈ ਸਾਨੂੰ ਇਸ ਸਿਸਟਮ ਤੋਂ ਸੋਲਿਊਸ਼ਨ ਨਹੀਂ ਮਿਲ ਸਕਦਾ ਹੈ। ਸਾਨੂੰ ਇਹ ਸਾਰੇ ਪੁਆਇੰਟਸ ਮਿਲੇ ਇੱਕ 0 0 ਸੀ ਅਤੇ 0 ਪਲੱਸ ਮਾਈਨਸ ਹਾਫ ਅਤੇ ਪਲੱਸ ਮਾਈਨਸ 1 0 ਸੀ। ਇਸ ਲਈ ਇਹਨਾਂ ਸਾਰੇ ਪੁਆਇੰਟਸ ਤੇ ਸਾਨੂੰ ਅੱਗੇ ਦੇਖਣਾ ਪਵੇਗਾ। ਇਸ ਲਈ ਜਿਸ ਤਰ੍ਹਾਂ ਡਿਸਕਸ ਕੀਤਾ ਗਿਆ ਸੀ ਇਸ ਲਈ ਸਾਡੇ ਕੋਲ ਇਹ 1 2 3 4 5 ਇਹ 5 ਕ੍ਰਿਟੀਕਲ ਪੁਆਇੰਟਸ ਹਨ ਜਾਂ ਉਹ ਪੁਆਇੰਟਸ ਜਿੱਥੇ ਦੋਨੋਂ ਡੈਰੀਵੇਟਿਵ ਖਤਮ ਹੋਣਗੇ। ਅਤੇ ਹੁਣ ਸਾਨੂੰ ਹਰੇਕ ਕ੍ਰਿਟੀਕਲ ਪੁਆਇੰਟ ਦੇ ਲਈ ਡਿਸਕਸ ਕਰਨਾ ਪਏਗਾ ਕਿ ਕੀ ਇਹ ਇੱਕ ਪੁਆਇੰਟ ਆਫ ਲੋਕਲ ਮਿਨੀਮਮ ਹੈ ਜਾਂ ਇਹ ਪੁਆਇੰਟ ਆਫ ਲੋਕਲ ਮੈਕਸਿਮਮ ਹੈ, ਜਾਂ ਇਹ ਇੱਕ ਕ੍ਰਿਟੀਕਲ ਪੁਆਇੰਟ ਹੈ ਤਾਂ ਜੋ ਉਸ ਨਾਲ ਅਸੀਂ ਸਫੀਸ਼ੀਐਂਟ ਕੰਡੀਸ਼ਨਸ ਦੀ ਵਰਤੋਂ ਕਰਨੀ ਹੋਵੇਗੀ ਜਿਸ ਤੇ ਪਹਿਲਾਂ ਚਰਚਾ ਕੀਤੀ ਗਈ ਸੀ। ਤਾਂ ਅੱਗੇ ਵਧਦੇ ਹੋਏ ਹੁਣ ਇੱਕ ਅਗਲਾ ਹੈ, ਸਾਡੇ ਕੋਲ ਇਹ fx ਹੈ ਅਤੇ ਸਾਨੂੰ ਐਕਸਟ੍ਰੀਮਾ ਦੇ ਲਈ ਇਹਨਾਂ ਪੁਆਇੰਟਸ ਬਾਰੇ ਅੱਗੇ ਪਤਾ ਕਰਨ ਲਈ ਸੈਕਿੰਡ ਆਰਡਰ ਡੈਰੀਵੇਟਿਵ ਪਤਾ ਕਰਨ ਦੀ ਲੋੜ ਹੈ। ਤਾਂ ਦੁਬਾਰਾ ਸਾਨੂੰ ਇਸ ਫੰਕਸ਼ਨ ਦਾ ਡੈਰੀਵੇਟਿਵ ਪਤਾ ਕਰਨ ਦੀ ਲੋੜ ਹੈ। ਇਸ ਲਈ ਇੱਕ ਵਾਰ ਫਿਰ ਸਾਨੂੰ ਇਸ ਨੂੰ x ਦੇ ਸੰਬੰਧ ਵਿੱਚ ਡਿਫਰੈਂਸ਼ੀਏਟ ਕਰਨਾ ਪਵੇਗਾ ਅਤੇ ਫਿਰ ਸਾਨੂੰ ਇਹ ਟਰਮ ਮਿਲ ਸਕਦੀ ਹੈ ਕਿਉਂਕਿ ਬਹੁਤ ਸਾਰੀਆਂ ਟਰਮਜ਼ ਹੋਣਗੀਆਂ। ਇਸ ਲਈ ਜੇਕਰ ਮੈਂ ਤੁਹਾਨੂੰ ਕੇਵਲ ਇਸ ਲਈ ਦਿਖਾਵਾਂਗਾ, ਅਗਲਾ ਅਸੀਂ ਸਿੱਧਾ ਲਿਖਾਂਗੇ। ਇੱਥੇ ਦੁਬਾਰਾ ਪ੍ਰੋਡਕਟ ਰੂਲ ਲਾਗੂ ਹੋਵੇਗਾ। ਇਸ ਲਈ ਅਸੀਂ ਇੱਥੇ ਕਰਾਂਗੇ 2 ਟਾਈਮ ਅਸੀਂ ਪਾਵਰ ਮਾਈਨਸ ax ਸਕੁਏਅਰ ਮਾਈਨਸ 4 ਸਕੁਏਅਰ। ਇਸ ਤਰ੍ਹਾਂ ਅਸੀਂ ਪਹਿਲਾ ਫੰਕਸ਼ਨ ਲਵਾਂਗੇ ਅਤੇ ਫਿਰ x ਦੇ ਸੰਬੰਧ ਵਿੱਚ ਦੂਜੇ ਦਾ ਡੈਰੀਵੇਟਿਵ ਤਾਂ ਜੋ ਪਹਿਲਾਂ ਅਤੇ ਫਿਰ ਸਾਡੇ ਕੋਲ ਇੱਥੇ ਹੋਵੇਗਾ ਮਾਈਨਸ 12x ਸਕੁਏਅਰ ਅਤੇ ਫਿਰ ਇੱਥੇ ਮਾਈਨਸ y ਸਕੁਏਅਰ ਇਸ ਲਈ x ਦੇ ਸੰਬੰਧ ਵਿੱਚ ਅਤੇ ਫਿਰ ਪਲੱਸ ਇੱਥੇ ਇਹ 2 ਟਾਈਮਸ ਦੁਬਾਰਾ ਇਹ ਟਰਮ 4x ਮਾਈਨਸ 4x ਕਿਊਬ ਅਤੇ ਮਾਈਨਸ xy ਸਕੁਏਅਰ ਰਹੇਗੀ ਅਤੇ ਇਸ ਪਹਿਲੀ ਟਰਮ ਨੂੰ ਡਿਫਰੈਂਸ਼ੀਏਟ ਕਰਾਂਗੇ ਜੋ ਕਿ ਪਾਵਰ ਮਾਈਨਸ x ਸਕੁਏਅਰ ਮਾਈਨਸ 4y ਸਕੁਏਅਰ ਹੋਵੇਗੀ ਅਤੇ ਫਿਰ ਮਾਈਨਸ 2x ਟਰਮ ਜਦੋਂ ਅਸੀਂ ਇਸ ਮਾਈਨਸ x ਸਕੁਏਅਰ ਮਾਈਨਸ 4y ਸਕੁਏਅਰ ਨੂੰ ਡਿਫਰੈਂਸ਼ੀਏਟ ਕਰਦੇ ਹਾਂ। ਇਸ ਕੇਸ ਵਿੱਚ ਅਸੀਂ ਇਸ ਨੂੰ ਹੀ ਪਾਵਰ ਮਾਈਨਸ x ਸਕੁਏਅਰ ਅਤੇ ਮਾਈਨਸ 4y ਸਕੁਏਅਰ ਦੇ ਵਿੱਚੋਂ ਕਾਮਨ ਲਵਾਂਗੇ। ਇੱਥੋਂ ਸਾਡੇ ਕੋਲ 4 12x ਸਕੁਏਅਰ ਮਾਈਨਸ y ਸਕੁਏਅਰ ਹੈ। ਅਸੀਂ ਇੱਥੇ ਇਸ ਨੂੰ
ਕਾਮਨ ਲਿਆ ਹੈ ਇੱਥੇ 2 ਟਾਈਮਸ x, ਸਾਨੂੰ ਇਹ -2 ਮਿਲੇਗਾ। ਇਸ ਲਈ ਇੱਥੇ ਇਹ 4 ਹੈ, ਇਸ ਲਈ -8x। ਫਿਰ ਸਾਡੇ ਕੋਲ ਇੱਥੇ ਹੋਵੇਗਾ 8x³ ਅਤੇ ਫਿਰ ਸਾਡੇ ਕੋਲ ਇਹ ਪਲਸ 2x y ਸਕੁਏਅਰ ਹੋਵੇਗਾ, ਅਤੇ ਇਹ ਪਹਿਲਾਂ ਹੀ ਕੀਤਾ ਜਾ ਚੁੱਕਾ ਹੈ। ਖੈਰ ਇਸ ਲਈ ਇੱਥੇ x ਸੀ, ਇਸ ਲਈ ਸਾਡੇ ਕੋਲ x ਸਕੁਏਅਰ ਟਰਮ ਹੈ। ਅਤੇ ਫਿਰ ਇੱਥੇ ਕਿਉਂਕਿ ਇਹ x ਹੈ, ਇਸ ਲਈ ਉੱਥੇ x4 ਹੋਵੇਗਾ ਅਤੇ ਇਹ x ਇਸ ਨੂੰ x ਸਕੁਏਅਰ y ਸਕੁਏਅਰ ਬਣਾਵੇਗਾ। ਇੱਥੇ ਇਹ ਟਰਮ ਹੈ ਸਾਡੇ ਕੋਲ 4, ਤੇ ਸਾਡੇ ਕੋਲ x ਸਕੁਏਅਰ ਟਰਮ ਹੈ, ਇਸ ਲਈ 8x ਸਕੁਏਅਰ। ਅਤੇ ਫਿਰ ਇਹ 12x ਸਕੁਏਅਰ ਇਸ ਲਈ ਜੋ ਕਿ 20 ਸਕੁਏਅਰ ਬਣਾਉਂਦਾ ਹੈ। ਫਿਰ ਸਾਡੇ ਕੋਲ ਹੈ x4, ਇਸ ਲਈ 8x4। ਸਾਡੇ ਕੋਲ -y ਸਕੁਏਅਰ ਹੈ। ਅਤੇ ਫਿਰ ਸਾਡੇ ਕੋਲ ਹੈ ਇਹ 2x ਸਕੁਏਅਰ y ਸਕੁਏਅਰ ਟਰਮ, ਇਸ ਦੇ ਨਾਲ ਹੀ 2e x ਸਕੁਏਅਰ ਅਤੇ -4y ਸਕੁਏਅਰ। ਇਹ ਡੈਰੀਵੇਟਿਵ ਹੈ, ਸੈਕਿੰਡ ਆਰਡਰ ਡੈਰੀਵੇਟਿਵ x ਦੇ ਸੰਬੰਧ ਵਿੱਚ ਜੋ ਕਿ ਪਹਿਲਾਂ ਤੋਂ ਉੱਥੇ ਲਿਖਿਆ ਹੈ। ਅਤੇ ਫਿਰ ਸਾਨੂੰ ਦੂਜੇ ਡੈਰੀਵੇਟਿਵ ਨੂੰ ਵੀ ਕੰਪਿਊਟ ਕਰਨ ਦੀ ਲੋੜ ਹੈ, ਇਸ ਲਈ ਮਿਕਸਡ ਆਰਡਰ ਡੈਰੀਵੇਟਿਵ, ਇਸ ਲਈ x ਅਤੇ y ਦੇ ਸੰਬੰਧ ਵਿੱਚ ਅਤੇ ਫਿਰ ਇਸ ਦੇ ਨਾਲ ਹੀ y 2 ਟਾਈਮਸ ਦੇ ਸੰਬੰਧ ਵਿੱਚ ਡੈਰੀਵੇਟਿਵ। ਇੱਥੇ ਸਾਡੇ ਕੋਲ ਪਿਛਲੀ ਸਲਾਈਡ ਤੋਂ fy ਹੈ ਅਤੇ ਫਿਰ ਅਸੀਂ ਇਸ ਨੂੰ x ਦੇ ਸੰਬੰਧ ਵਿੱਚ ਡਿਫਰੈਂਸ਼ੀਏਟ ਕਰ ਸਕਦੇ ਹਾਂ। ਇੱਥੇ ਇਸ ਵਿਚਾਰ ਦੇ ਨਾਲ ਜਿਸ ਬਾਰੇ ਅਸੀਂ ਹੁਣੇ ਚਰਚਾ ਕੀਤੀ ਹੈ। ਇੱਥੇ ਸਾਨੂੰ ਇਹ ਟਰਮ ਮਿਲੇਗੀ, ਅਤੇ ਫਿਰ ਸਾਨੂੰ ਦੁਬਾਰਾ ਡਿਫਰੈਂਸ਼ੀਏਟ ਕਰਨਾ ਪਵੇਗਾ y ਦੇ ਸੰਬੰਧ ਵਿੱਚ ਤਾਂ ਜੋ fyy ਪ੍ਰਾਪਤ ਕਰ ਸਕੀਏ ਜੋ ਕਿ y ਦੇ ਸੰਬੰਧ ਵਿੱਚ ਸੈਕਿੰਡ ਆਰਡਰ ਡੈਰੀਵੇਟਿਵ ਹੈ। ਇਸ ਲਈ ਇਹ fy ਹੈ ਅਤੇ ਜਦੋਂ ਅਸੀਂ at ਪ੍ਰਾਪਤ ਕਰਨ ਲਈ ਡਿਫਰੈਂਸ਼ੀਏਟ ਕਰਦੇ ਹਾਂ ਤਾਂ ਸਾਨੂੰ ਇਹ ਟਰਮ ਮਿਲੇਗੀ। ਹੁਣ ਐਕਸਪੋਨੈਂਸ਼ੀਅਲ ਫੰਕਸ਼ਨ ਦੇ ਨਾਲ ਅਤੇ ਇਹ ਐਕਸਪ੍ਰੈਸ਼ਨ 1 20y ਸਕੁਏਅਰ 16x ਸਕੁਏਅਰ 128x ਸਕੁਏਅਰ y ਸਕੁਏਅਰ ਪਲਸ 32y4। ਹੁਣ ਸਾਡੇ ਕੋਲ 3 ਇਕੁਏਸ਼ਨ ਹਨ। ਹੁਣ ਇਹ 3 ਐਕਸਪ੍ਰੈਸ਼ਨ ਦੇ ਲਈ ਹੈ, ਇਸ ਲਈ ਇੱਥੇ r ਦੇ ਲਈ। ਅਤੇ ਫਿਰ ਸਾਡੇ ਕੋਲ ਹੈ s ਜੋ ਕਿ ਸੈਕਿੰਡ ਆਰਡਰ ਡੈਰੀਵੇਟਿਵ ਮਿਕਸਡ ਡੈਰੀਵੇਟਿਵ ਹੈ। ਅਤੇ ਫਿਰ ਸਾਡੇ ਕੋਲ t ਦੇ ਸੰਬੰਧ ਵਿੱਚ ਸੈਕਿੰਡ ਆਰਡਰ ਡੈਰੀਵੇਟਿਵ ਹੈ, ਇਸ ਲਈ ਅਸੀਂ ਇਹਨਾਂ ਡੈਰੀਵੇਟਿਵਜ਼ ਦੀ ਮਦਦ ਦੇ ਨਾਲ ਅਸੀਂ ਅੱਗੇ ਦੇਖਾਂਗੇ ਕਿ ਕੀ ਇਹ ਪੁਆਇੰਟ ਆਫ ਮੈਕਸਿਮਮ ਹੈ ਜਾਂ ਇਹ ਪੁਆਇੰਟ ਆਫ ਮਿਨੀਮਮ ਜਾਂ ਇਹ ਇੱਕ ਸੈਡਲ ਪੁਆਇੰਟ ਹੈ। ਹੁਣ ਜਿਸ ਤਰ੍ਹਾਂ ਅਸੀਂ ਚਰਚਾ ਕੀਤੀ ਹੈ ਸਾਡੇ ਕੋਲ ਇਹ r s ਅਤੇ t ਇਹ 3 ਐਕਸਪ੍ਰੈਸ਼ਨ ਹਨ, ਇਸ ਲਈ ਹੁਣ ਅਸੀਂ ਇਹਨਾਂ ਪੁਆਇੰਟ ਦੀ ਪਛਾਣ ਕਰਾਂਗੇ। ਇਸ ਲਈ ਪਹਿਲਾ ਪੁਆਇੰਟ ਯਾਦ ਰੱਖੋ ਕਿ ਇਹ 0 0 ਸੀ, ਇਸ ਲਈ ਇਸ 0 0 ਪੁਆਇੰਟ ਤੇ ਅਸੀਂ r s ਅਤੇ t ਨੂੰ ਕੰਪਿਊਟ ਕਰਾਂਗੇ। r ਦੇ ਲਈ ਇਹ ਉਦੋਂ ਹੋਵੇਗਾ ਜਦੋਂ x ਅਤੇ y ਦੋਨੋਂ 0 ਹਨ, ਇਸ ਲਈ ਸਾਡੇ ਕੋਲ 0 ਟਰਮ ਹੈ, ਉੱਥੇ ਸਾਡੇ ਕੋਲ ਹੈ ਇਹ 4e ਪਾਵਰ 0, ਇਹ 1 ਹੋ ਜਾਂਦਾ ਹੈ, ਇਸ ਲਈ ਸਾਡੇ ਕੋਲ 4 into 4 ਹੈ ਜੋ ਕਿ 8 ਹੈ, ਇਸ ਲਈ r 8 ਹੈ। ਅਤੇ ਇਹ ਜਦੋਂ 0 0 ਅਸੀਂ ਇੱਥੇ s ਦੇ ਵਿੱਚ ਸਬਸਟੀਟਿਊਟ ਕਰਦੇ ਹਾਂ ਤਾਂ ਇਹ ਟਰਮਜ਼ ਹੁਣ 0 ਹਨ, ਇਸ ਲਈ ਸਾਡੇ ਕੋਲ -17 ਹੈ। ਪਰ ਇੱਥੇ x y ਪ੍ਰੋਡਕਟ ਦੇ ਵਿੱਚ ਹੈ, ਇਸ ਲਈ s 0 ਹੋ ਜਾਵੇਗਾ। ਅਤੇ ਇਸ ਕੇਸ ਵਿੱਚ ਫਿਰ ਤੋਂ ਸਾਡੇ ਕੋਲ ਕੁਝ ਨਾਨ 0 ਨੰਬਰ ਹੋਣਗੇ, ਇਸ ਲਈ ਇਹ ਸਾਰੀਆਂ ਟਰਮਜ਼ 0 ਹੋਣਗੀਆਂ। ਸਾਡੇ ਕੋਲ ਉੱਥੇ 1 ਅਤੇ 2 ਹੈ, ਜਿਸ ਨੂੰ 1 ਦੇ ਨਾਲ ਮਲਟੀਪਲਾਈ ਕੀਤਾ ਗਿਆ ਹੈ, ਇਸ ਲਈ ਇਹ 2 ਹੋਵੇਗਾ। ਇਸ ਲਈ ਪੁਆਇੰਟਸ 0 0 ਤੇ ਸਾਡੇ ਕੋਲ ਪੁਆਇੰਟ r 8 ਹੈ, s 0 ਹੈ ਅਤੇ t 2 ਹੈ। ਅਸੀਂ ਇਹਨਾਂ ਸਾਰੇ ਕ੍ਰਿਟੀਕਲ ਦੇ ਵਿੱਚੋਂ ਪਹਿਲਾ ਕ੍ਰਿਟੀਕਲ ਪੁਆਇੰਟ ਲਿਆ ਹੈ, ਕਿਉਂਕਿ ਹਰੇਕ ਦੇ ਲਈ ਅਸੀਂ ਪਛਾਣ ਕਰਨੀ ਹੈ ਕਿ ਕੀ ਇਹ ਪੁਆਇੰਟ ਆਫ ਮੈਕਸਿਮਮ ਮਿਨੀਮਮ ਜਾਂ ਇੱਕ ਸੈਡਲ ਪੁਆਇੰਟ ਹੈ। ਇਹ ਜੋ ਪੁਆਇੰਟ ਅਸੀਂ ਕੰਪਿਊਟ ਕੀਤਾ ਹੈ ਇਹ ਸਾਰੇ ਹਾਇਰ ਆਰਡਰ ਡੈਰੀਵੇਟਿਵ ਹਨ। ਅਤੇ ਫਿਰ ਅਸੀਂ rt - s ਸਕੁਏਅਰ ਨੂੰ ਕੰਪਿਊਟ ਕਰਨਾ ਹੈ, ਇਸ ਲਈ r ਅਤੇ t ਇਹ ਪ੍ਰੋਡਕਟ 16 - s ਸਕੁਏਅਰ 0 ਹੈ, ਇਸ ਲਈ ਸਾਡੇ ਕੋਲ 16 ਹੈ ਜੋ ਪੋਜ਼ਿਟਿਵ ਹੈ। ਅਤੇ ਯਾਦ ਰੱਖੋ ਸਫੀਸ਼ੀਐਂਟ ਕੰਡੀਸ਼ਨਸ ਦੇ ਵਿੱਚ ਅਸੀਂ ਦੇਖਿਆ ਹੈ ਕਿ ਜੇਕਰ rt - s ਸਕੁਏਅਰ ਪੋਜ਼ਿਟਿਵ ਹੈ ਅਤੇ r ਪੋਜ਼ਿਟਿਵ ਹੈ, ਫਿਰ ਇਹ ਪੁਆਇੰਟ ਆਫ ਲੋਕਲ ਮਿਨੀਮਮ ਹੈ। ਇਸ ਲਈ ਸਾਨੂੰ ਇਹ ਪੁਆਇੰਟ ਆਫ ਲੋਕਲ ਮਿਨੀਮਮ 0 0 ਮਿਲਿਆ ਹੈ। ਫੰਕਸ਼ਨ ਵਿੱਚ ਲੋਕਲ ਮਿਨੀਮਮ ਹੈ। ਅਤੇ ਹੁਣ ਅਸੀਂ ਹੋਰ ਪੁਆਇੰਟਸ ਨੂੰ ਕੰਸੀਡਰ ਕਰਾਂਗੇ। ਦੂਜੇ ਪੁਆਇੰਟ ਦੇ ਲਈ ਇਹ ਦੂਜਾ ਸੀ ਅਤੇ ਤੀਜੇ ਪੁਆਇੰਟ 0 + ਹਾਫ ਅਤੇ 0 ਅਤੇ -ਹਾਫ, ਕਿਉਂਕਿ ਇਹ y ਸਾਰੇ ਐਕਸਪ੍ਰੈਸ਼ਨ ਦੇ ਵਿੱਚ ਦਿਖਾਈ ਦਿੰਦਾ ਹੈ ਈਵਨ ਪਾਵਰ ਦੇ ਵਿੱਚ, ਇਸ ਲਈ ਅਸੀਂ ਇਸ ਨਾਲ ਇਕੱਠੇ ਡੀਲ ਕਰ ਸਕਦੇ ਹਾਂ ਕਿਉਂਕਿ ਭਾਵੇਂ ਅਸੀਂ ਉੱਥੇ ਪਲੱਸ ਸਾਈਨ ਲਈਏ ਜਾਂ ਮਾਈਨਸ ਸਾਈਨ,
y ਪਾਵਰ ਦੇ ਵਿੱਚ ਸਮਾਨ ਨੰਬਰ ਹੋਵੇਗਾ, ਇਸ ਲਈ ਅਸੀਂ ਦੋ ਪੁਆਇੰਟਸ ਨੂੰ ਇਕੱਠਿਆਂ ਕੰਸੀਡਰ ਕਰ ਸਕਦੇ ਹਾਂ। ਇਸ ਲਈ ਹੁਣ ਅਸੀਂ ਪੁਆਇੰਟ ਨੰਬਰ 2 ਅਤੇ ਪੁਆਇੰਟ ਨੰਬਰ 3 ਤੇ ਚਰਚਾ ਕਰ ਰਹੇ ਹਾਂ। ਇਸ ਲਈ 0 ਪਲੱਸ ਮਾਈਨਸ ਹਾਫ। ਇਸ ਕੇਸ ਵਿੱਚ ਅਸੀਂ ਇਸ r ਨੂੰ ਦੁਬਾਰਾ ਕੰਪਿਊਟ ਕਰਨਾ ਹੈ, ਇਸ ਲਈ x ਹੈ ਤਾਂ ਇਹ ਟਰਮਜ਼ ਸਾਨੂੰ ਜੋ ਇੱਥੇ ਮਿਲੇਗੀ 2 ਟਾਈਮਸ, ਇਸ ਲਈ r 2 ਟਾਈਮਸ ਹੋਵੇਗਾ। ਅਤੇ ਫਿਰ ਸਾਡੇ ਕੋਲ ਐਕਸਪੋਨੈਂਸ਼ੀਅਲ ਫੰਕਸ਼ਨ x 0 ਹੈ ਅਤੇ y ਸਕੁਏਅਰ ਪਹਿਲਾਂ ਹੀ 1 ਹੈ। ਇੱਥੇ ਤੁਹਾਨੂੰ e ਪਾਵਰ ਮਾਈਨਸ 1 ਮਿਲੇਗਾ ਅਤੇ ਫਿਰ ਸਾਡੇ ਕੋਲ ਹੈ 4 ਫਿਰ ਮਾਈਨਸ ਇਹ ਹੈ ਇੱਥੇ 0। ਇਸ ਦੇ ਨਾਲ ਹੀ x ਹੈ, ਕੇਵਲ ਇਹ y ਸਕੁਏਅਰ ਟਰਮ ਮੌਜੂਦ ਰਹੇਗੀ, ਇਸ ਲਈ ਇੱਥੇ ਸਾਡੇ ਕੋਲ 1/4 ਹੋਵੇਗਾ ਅਤੇ ਇੱਥੇ ਫਿਰ ਦੁਬਾਰਾ x ਜੋ ਕਿ 0 ਹੋ ਜਾਵੇਗਾ ਅਤੇ ਇੱਥੇ ਸਾਨੂੰ ਕੀ ਮਿਲਦਾ ਹੈ e ਪਾਵਰ ਮਾਈਨਸ 1 ਅਤੇ ਫਿਰ 15/4, ਇਸ ਲਈ ਇਹ 2 ਵੀ ਕੈਂਸਲ ਹੋ ਜਾਂਦਾ ਹੈ। ਇਸ ਲਈ ਸਾਨੂੰ 15/2e ਮਿਲਦਾ ਹੈ ਕਿ ਇਸ ਪੁਆਇੰਟ ਤੇ r ਦੀ ਵੈਲਿਊ ਹੈ ਜੋ ਹੋਵੇਗਾ 15/2e। ਇਸੇ ਤਰ੍ਹਾਂ ਅਸੀਂ ਹੁਣ ਇਸ s ਨੂੰ ਕੰਪਿਊਟ ਕਰ ਸਕਦੇ ਹਾਂ ਅਤੇ ਨਾਲ ਹੀ t ਨੂੰ, ਕੇਵਲ ਇਸ 0 ਅਤੇ ਪਲੱਸ ਮਾਈਨਸ ਹਾਫ ਨੂੰ ਸਬਸਟੀਟਿਊਟ ਕਰਕੇ। ਜਦੋਂ ਅਸੀਂ ਇਸ s ਦੇ ਵਿੱਚ ਸਬਸਟੀਟਿਊਟ ਕਰਦੇ ਹਾਂ ਕਿਉਂਕਿ ਪ੍ਰੋਡਕਟ ਦੇ ਵਿੱਚ ਇੱਕ ਟਰਮ x ਅਤੇ y ਹੈ, ਜਦੋਂ x 0 ਹੈ ਪੂਰੀ ਟਰਮ 0 ਹੋ ਜਾਂਦੀ ਹੈ, ਇਸ ਲਈ ਇਹ ਸਿੱਧਾ 0 ਹੈ। ਅਤੇ ਦੁਬਾਰਾ t, ਸਾਨੂੰ ਇਸ y ਸਕੁਏਅਰ ਨੂੰ ਇੱਥੇ ਸਬਸਟੀਟਿਊਟ ਕਰਨ ਦੀ ਲੋੜ ਹੈ ਅਤੇ ਇਹ ਸਾਰੀਆਂ ਟਰਮਜ਼ ਇਹਨਾਂ ਦੋ ਟਰਮਜ਼ ਦੇ ਵਿੱਚ x ਹੈ, ਇਸ ਲਈ ਉਹ ਖਤਮ ਹੋ ਜਾਣਗੀਆਂ। ਅਤੇ ਇੱਥੇ ਸਾਡੇ ਕੋਲ ਇਹ y4 ਹੈ, ਇਸ ਲਈ ਇਹ ਟਰਮਜ਼ ਜਦੋਂ ਅਸੀਂ ਇਸ ਨੂੰ ਹੱਲ ਕਰਦੇ ਹਾਂ ਤੇ ਸਾਨੂੰ ਇਹ -4 ਮਿਲੇਗਾ ਸਾਡਾ e ਅਤੇ ਇਹ rt ਮਾਈਨਸ s ਸਕੁਏਅਰ ਹੈ, ਇਸ ਲਈ rt ਜਦੋਂ ਅਸੀਂ ਇਹ ਪ੍ਰੋਡਕਟ ਬਣਾਉਂਦੇ ਹਾਂ, ਇਸ ਲਈ ਕਿਉਂਕਿ ਇੱਥੇ ਮਾਈਨਸ ਸਾਈਨ t ਦੇ ਨਾਲ ਹੈ, ਸਾਨੂੰ ਇਹ -30 ਬਾਈ ਸਕੁਏਅਰ ਮਿਲੇਗਾ, ਇਸ ਲਈ ਇਸ ਵਾਰ ਹੁਣ ਇਹ rt ਮਾਈਨਸ s ਸਕੁਏਅਰ ਨੈਗੇਟਿਵ ਹੈ। ਨੈਗੇਟਿਵ ਦਾ ਅਰਥ ਹੈ ਸਫੀਸ਼ੀਐਂਟ ਕੰਡੀਸ਼ਨਸ ਦੇ ਅਨੁਸਾਰ। ਹੁਣ ਇਹ ਸੈਡਲ ਪੁਆਇੰਟ ਹੋਵੇਗਾ, ਇਸ ਲਈ ਇਹ ਪੁਆਇੰਟ ਨੰਬਰ 2 ਅਤੇ ਪੁਆਇੰਟ 3 0 ਪਲੱਸ ਹਾਫ ਅਤੇ ਮਾਈਨਸ ਹਾਫ ਇਹ ਦੋਵੇਂ ਸੈਡਲ ਪੁਆਇੰਟ ਹਨ। ਸਾਡੀਆਂ ਸਫੀਸ਼ੀਐਂਟ ਕੰਡੀਸ਼ਨਸ ਦੇ ਨਾਲ ਅਸੀਂ ਇਹ ਪਛਾਣ ਕਰ ਸਕਦੇ ਹਾਂ ਕਿ ਇਹ ਦੋ ਪੁਆਇੰਟਸ ਸੈਡਲ ਪੁਆਇੰਟਸ ਹਨ। ਹੁਣ ਅਖੀਰ ਤੇ ਇੱਥੇ 4, 5 ਸਾਡੇ ਕੋਲ +1 ਅਤੇ 0 ਅਤੇ -1 0 ਹੈ। ਇਹ ਦੋ ਪੁਆਇੰਟਸ ਨਾਲ ਦੁਬਾਰਾ ਅਸੀਂ ਇਕੱਠਿਆਂ ਡੀਲ ਕਰ ਸਕਦੇ ਹਾਂ ਕਿਉਂਕਿ x ਪਾਵਰ ਦੇ ਵਿੱਚ ਦਿਖਾਈ ਦਿੰਦਾ ਹੈ ਜਾਂ ਤਾਂ ਸਕੁਏਅਰ ਜਾਂ ਸਾਡੇ ਕੋਲ 4 ਹੈ, ਇਸ ਲਈ ਇਹ ਵੈਲਿਊ ਭਾਵੇਂ ਅਸੀਂ ਪਲੱਸ ਅਤੇ ਮਾਈਨਸ ਲੈਂਦੇ ਹਾਂ ਇਹ ਸਮਾਨ ਰਹੇਗੀ। ਜਦੋਂ ਅਸੀਂ r ਨੂੰ ਕੰਪਿਊਟ ਕਰਦੇ ਹਾਂ, ਇਸ ਲਈ ਸਾਨੂੰ y ਨੂੰ 0 ਤੋਂ ਇੱਥੇ ਸਬਸਟੀਟਿਊਟ ਕਰਨਾ ਹੁੰਦਾ ਹੈ, ਇਸ ਲਈ ਇਹ ਦੋ ਟਰਮਜ਼ 0 ਹੋਣਗੀਆਂ ਅਤੇ ਸਾਡੇ ਕੋਲ ਇੱਥੇ ਫਿਰ ਤੋਂ e ਪਾਵਰ e 0 ਹੈ ਅਤੇ ਫਿਰ ਤੁਹਾਡੇ ਕੋਲ 1 ਹੁੰਦਾ ਹੈ, ਇਸ ਲਈ e ਪਾਵਰ ਮਾਈਨਸ 1 ਵਾਰ ਦੁਬਾਰਾ ਫਿਰ ਉਹੀ ਹੈ ਜੋ ਕਿ ਡਿਨੋਮੀਨੇਟਰ ਵਿੱਚ ਆਵੇਗਾ ਅਤੇ ਫਿਰ ਇਸ ਨੂੰ ਸਿੰਪਲੀਫਾਈ ਕਰਕੇ ਸਾਨੂੰ 16 ਮਿਲੇਗਾ। ਇੱਥੇ r -16/e ਸਕੁਏਅਰ ਹੈ ਅਤੇ s 0 ਹੈ ਕਿਉਂਕਿ ਇੱਥੇ y ਐਕਸਪ੍ਰੈਸ਼ਨ ਦੇ ਵਿੱਚ ਹੈ, ਇਸ ਲਈ ਸਾਨੂੰ 0 ਮਿਲੇਗਾ ਅਤੇ t -30/e ਇੱਥੇ ਇਸ ਐਕਸਪ੍ਰੈਸ਼ਨ ਤੋਂ ਹੋਵੇਗਾ। ਇਸ ਲਈ ਦੁਬਾਰਾ ਇਹ rt -s ਸਕੁਏਅਰ ਸਾਨੂੰ ਕੰਪਿਊਟ ਕਰਨਾ ਹੋਵੇਗਾ ਅਤੇ ਇਸ rt ਦੇ ਕੇਸ ਵਿੱਚ ਇੱਥੇ ਸਾਨੂੰ ਇਹ ਦੁਬਾਰਾ ਪੋਜ਼ਿਟਿਵ ਮਿਲਦਾ ਹੈ, ਇਸ ਲਈ 480/e ਸਕੁਏਅਰ। ਅਤੇ ਹੁਣ ਇਸ r ਦੇ ਇਸ ਸਾਈਨ ਦੇ ਆਧਾਰ ਤੇ ਅਸੀਂ ਇਹ ਫੈਸਲਾ ਕਰ ਸਕਦੇ ਹਾਂ ਕਿ ਕੀ ਇਹ ਪੁਆਇੰਟ ਆਫ ਮੈਕਸਿਮਮ ਜਾਂ ਮਿਨੀਮਮ ਹੈ ਜਾਂ ਨਹੀਂ, ਇਸ ਲਈ ਇਸ ਕੇਸ ਵਿੱਚ r ਨੈਗੇਟਿਵ ਹੈ। ਅਤੇ ਯਾਦ ਰੱਖੋ ਜਦੋਂ rt -s ਸਕੁਏਅਰ ਪੋਜ਼ਿਟਿਵ ਹੈ ਅਤੇ r ਨੈਗੇਟਿਵ ਹੈ ਤੇ ਫਿਰ ਸਾਡੇ ਕੋਲ ਪੁਆਇੰਟ ਆਫ ਮੈਕਸਿਮਮ ਹੈ। ਇਸ ਕੇਸ ਵਿੱਚ ਇਹ ਦੋ ਪੁਆਇੰਟ +1 0 ਅਤੇ -1 0 ਇਹ ਪੁਆਇੰਟ ਆਫ ਲੋਕਲ ਮੈਕਸਿਮਮ ਹਨ। ਅਤੇ ਹੁਣ ਅਸੀਂ ਅਗਲੇ ਪ੍ਰਸ਼ਨ ਤੇ ਜਾਂਦੇ ਹਾਂ ਜੋ ਹੈ ਇੱਥੇ ਫੰਕਸ਼ਨ f(x, y) +x ਸਕੁਏਅਰ y ਅਤੇ +x4 ਦੇ ਇਕੁਅਲ ਹੈ। ਅਸੀਂ ਲੋਕਲ ਐਕਸਟ੍ਰੀਮਾ ਦੇ ਲਈ ਚਰਚਾ ਕਰਨਾ ਚਾਹੁੰਦੇ ਹਾਂ, ਇਸ ਲਈ ਇਸ ਕੇਸ ਵਿੱਚ ਅਸੀਂ ਦੁਬਾਰਾ ਫਸਟ ਆਰਡਰ ਪਾਰਸ਼ਲ ਡੈਰੀਵੇਟਿਵ ਨੂੰ ਕੰਪਿਊਟ ਕਰਾਂਗੇ ਜੋ f(x) ਇੱਥੇ 2xy ਅਤੇ 4x³ ਦੇ ਇਕੁਅਲ ਆਵੇਗਾ ਅਤੇ ਫਿਰ ਸਾਡੇ ਕੋਲ y ਦੇ ਸੰਬੰਧ ਵਿੱਚ ਪਾਰਸ਼ਲ ਡੈਰੀਵੇਟਿਵ ਹੋਵੇਗਾ। ਇੱਥੇ y ਅਤੇ +x ਸਕੁਏਅਰ ਹੈ, ਇਸ ਲਈ ਸਾਡੇ ਕੋਲ ਪਾਰਸ਼ਲ ਡੈਰੀਵੇਟਿਵ ਹੈ। ਅਤੇ ਸਟੇਸ਼ਨਰੀ ਪੁਆਇੰਟ ਲੈਣ ਦੇ ਲਈ ਇਸ ਲਈ ਸਾਨੂੰ ਇਹ ਦੋ ਇਕੁਏਸ਼ਨ ਹੱਲ ਕਰਨ ਦੀ ਲੋੜ ਹੈ, ਜਿਸ ਦਾ ਮਤਲਬ ਹੈ ਕਿ f(x) 0 ਦੇ ਇਕੁਅਲ ਹੈ ਅਤੇ ਇਹ f(y) 0 ਦੇ ਇਕੁਅਲ ਹੈ, ਇਸ ਲਈ ਇੱਥੋਂ ਸਾਡੇ ਕੋਲ x into 2y plus a 4
x ਸਕੁਏਰ ਹੈ ਅਤੇ fy 0 ਦੇ ਇਕੁਅਲ ਹੈ ਸਾਨੂੰ ਮਿਲੇਗਾ। ਜਦੋਂ ਅਸੀਂ 0 ਤੇ ਸੈੱਟ ਕਰਦੇ ਹਾਂ ਇਸ ਦਾ ਮਤਲਬ ਹੈ 2y ਅਤੇ ਪਲੱਸ x ਸਕੁਏਰ 0 ਦੇ ਇਕੁਅਲ ਹੈ। ਇਸ ਲਈ ਇਹਨਾਂ ਦੋ ਇਕੁਏਸ਼ਨ ਵਿੱਚੋਂ ਸਾਨੂੰ ਇਹ ਸਾਰੇ ਪੁਆਇੰਟਸ ਪ੍ਰਾਪਤ ਕਰਨ ਦੀ ਜ਼ਰੂਰਤ ਹੈ ਜੋ ਕਿ ਦੋ ਇਕੁਏਸ਼ਨ ਨੂੰ ਪੂਰਾ ਕਰਦੇ ਹਨ। ਇਸ ਲਈ ਪਹਿਲੇ ਤੋਂ ਤੁਰੰਤ ਅਸੀਂ ਦੇਖਦੇ ਹਾਂ ਕਿ x 0 ਦੇ ਬਰਾਬਰ ਹੈ ਜੋ ਕਿ ਘੱਟੋ ਘੱਟ ਇਹ ਸੰਤੁਸ਼ਟ ਕਰਦਾ ਹੈ ਕਿ ਇੱਥੇ ਇੱਕ ਪੁਆਇੰਟ x ਹੈ ਜੋ ਕਿ 0 ਦੇ ਇਕੁਅਲ ਹੈ ਜੋ ਕਿ ਇਸ ਨੂੰ ਪੂਰਾ ਕਰਦਾ ਹੈ। ਇਸ ਲਈ ਇਸ ਦੇ ਅਨੁਸਾਰੀ ਜਦੋਂ x 0 ਦੇ ਇਕੁਅਲ ਹੈ ਇੱਥੇ ਤਾਂ y ਦੀ ਵੈਲਿਊ ਕੀ ਹੋਵੇਗੀ ਦੂਜੀ ਇਕੁਏਸ਼ਨ ਤੋਂ, ਕਿਉਂਕਿ ਅਸੀਂ ਉਹਨਾਂ ਸਾਰੇ ਪੁਆਇੰਟਸ ਦਾ ਪਤਾ ਕਰ ਰਹੇ ਹਾਂ ਜੋ ਦੋਨੋਂ ਇਕੁਏਸ਼ਨ ਨੂੰ ਇਕੱਠਿਆਂ ਪੂਰਾ ਕਰਦੇ ਹਨ। ਇੱਥੇ x 0 ਦੇ ਇਕੁਅਲ ਹੈ ਜਿਸ ਨਾਲ ਇਹ f(x) 0 ਬਣਦਾ ਹੈ ਅਤੇ ਫਿਰ ਜਦੋਂ x ਅਜਿਹਾ ਹੈ ਤਾਂ y ਵੀ ਦੂਜੀ ਇਕੁਏਸ਼ਨ ਤੋਂ ਹੋਣਾ ਚਾਹੀਦਾ ਹੈ। ਇਸ ਲਈ ਸਾਨੂੰ ਇਹ ਇੱਕ ਪੁਆਇੰਟ ਮਿਲ ਗਿਆ ਹੈ। ਹੁਣ x 0 ਦੇ ਇਕੁਅਲ ਹੈ ਅਤੇ y ਵੀ 0 ਦੇ ਇਕੁਅਲ ਹੈ। ਹੁਣ ਅਸੀਂ ਕੋਈ ਹੋਰ ਸੰਭਾਵਨਾ ਵੀ ਦੇਖਣੀ ਹੁੰਦੀ ਹੈ ਜੋ ਇਹਨਾਂ ਦੋ ਟਰਮਜ਼ ਨੂੰ 0 ਬਣਾ ਸਕਦੀ ਹੈ। ਇੱਥੇ ਜਾਂ ਤਾਂ x 0 ਹੈ ਜਾਂ ਫਿਰ ਇੱਥੇ ਦੂਸਰੀ ਟਰਮ 0 ਹੈ ਜਿਸ ਦਾ ਅਰਥ ਹੈ ਕਿ 2y and 4x ਸਕੁਏਰ 0 ਹੈ ਅਤੇ ਇਸ 2y ਪਲੱਸ x ਸਕੁਏਰ ਨਾਲ ਇੱਥੇ ਇਕੱਠਿਆਂ ਨੂੰ 0 ਹੋਣਾ ਪਵੇਗਾ। ਇਸ ਲਈ ਦੁਬਾਰਾ ਇਹਨਾਂ ਦੋ ਇਕੁਏਸ਼ਨਾਂ ਵਿੱਚੋਂ ਅਸੀਂ ਦੇਖਦੇ ਹਾਂ ਕਿ ਸਿਰਫ ਉਹੀ ਨੰਬਰ ਜੋ ਉਹੀ ਪੁਆਇੰਟ ਨੂੰ ਪੂਰਾ ਕਰਦਾ ਹੈ ਜੋ ਇਹਨਾਂ ਦੋਨਾਂ ਇਕੁਏਸ਼ਨਾਂ 2y ਪਲੱਸ 4x ਸਕੁਏਰ 0 ਦੇ ਇਕੁਅਲ ਹੈ ਨੂੰ ਪੂਰਾ ਕਰਦਾ ਹੈ ਅਤੇ ਇਹ 2y ਪਲੱਸ x ਸਕੁਏਰ 0 ਦੇ ਇਕੁਅਲ ਹੈ ਕੇਵਲ ਪੁਆਇੰਟ 0 0 ਹੈ। ਇਸ ਲਈ ਦੁਬਾਰਾ ਅਸੀਂ ਕੋਈ ਹੋਰ ਪੁਆਇੰਟ ਪ੍ਰਾਪਤ ਕਰ ਰਹੇ ਹਾਂ ਤਾਂ 0 0। ਇਸ ਲਈ ਇਸ ਕੇਸ ਵਿੱਚ ਸਟੇਸ਼ਨਰੀ ਪੁਆਇੰਟ 0 0 ਹੈ। ਇਸ 0 0 ਪੁਆਇੰਟ ਤੇ ਹੁਣ ਸਾਨੂੰ ਚਰਚਾ ਕਰਨੀ ਪਵੇਗੀ ਇਹ ਪਛਾਣ ਕਰਨ ਲਈ ਕਿ ਕੀ ਇਹ ਪੁਆਇੰਟ ਆਫ ਲੋਕਲ ਮੈਕਸਿਮਮ ਹੈ ਜਾਂ ਫਿਰ ਪੁਆਇੰਟ ਆਫ ਲੋਕਲ ਮਿਨੀਮਮ ਹੈ। ਇਸ ਦੇ ਲਈ ਸਾਨੂੰ ਹੁਣ ਸੈਕਿੰਡ ਆਰਡਰ ਡੈਰੀਵੇਟਿਵਜ਼ ਨੂੰ ਕੰਪਿਊਟ ਕਰਨ ਦੀ ਲੋੜ ਹੈ। ਇਸ ਲਈ 0 0 ਪੁਆਇੰਟਸ ਤੇ f(x) ਤਾਂ ਹੁਣ f(x) ਕੀ ਹੋਵੇਗਾ। ਇਸ ਲਈ ਇਹ f(x) ਸੀ। ਇਸ ਲਈ ਇਹ f(x) ਹੁਣ ਦੁਬਾਰਾ x ਦੇ ਸੰਬੰਧ ਵਿੱਚ ਬਣ ਜਾਵੇਗਾ। ਇਸ ਲਈ ਸਾਨੂੰ 2y ਮਿਲੇਗਾ ਅਤੇ ਅਸੀਂ ਇੱਥੇ 12x ਸਕੁਏਰ ਪ੍ਰਾਪਤ ਕਰਾਂਗੇ ਅਤੇ 0 0 ਪੁਆਇੰਟ ਤੇ ਫਿਰ ਤੋਂ ਇੱਥੇ ਸਾਡੇ ਕੋਲ x ਅਤੇ y ਟਰਮ ਹੈ। ਇਸ ਲਈ ਇਹ 0 ਹੋ ਜਾਵੇਗਾ ਅਤੇ ਜੇਕਰ ਅਸੀਂ ਇੱਥੇ f(y) ਨੂੰ ਕੰਪਿਊਟ ਕਰਦੇ ਹਾਂ ਜਿਸ ਦੀ ਲੋੜ ਵੀ ਹੈ, ਇਸ ਲਈ y ਦੇ ਸੰਬੰਧ ਵਿੱਚ ਇੱਥੇ ਅਸੀਂ 2x ਟਰਮ ਅਤੇ ਫਿਰ f(y) ਪ੍ਰਾਪਤ ਕਰਾਂਗੇ। ਅਸੀਂ 2 ਪ੍ਰਾਪਤ ਕਰਾਂਗੇ ਕਿਉਂਕਿ ਅਸੀਂ y ਦੇ ਸੰਬੰਧ ਵਿੱਚ ਡਿਫਰੈਂਸ਼ੀਏਟ ਕਰਦੇ ਹਾਂ। ਅਸੀਂ ਇੱਥੇ 2 ਪ੍ਰਾਪਤ ਕਰਾਂਗੇ। ਹੁਣ ਜੇਕਰ ਅਸੀਂ r ਨੂੰ 0 0 ਪੁਆਇੰਟ ਤੇ ਕੰਪਿਊਟ ਕਰਦੇ ਹਾਂ ਤਾਂ ਇਹ 0 ਹੋਣਗੇ। ਇਸ ਤੇ s 0 0 ਪੁਆਇੰਟ ਤੇ ਮਿਕਸਡ ਆਰਡਰ ਪਾਰਸ਼ਲ ਡੈਰੀਵੇਟਿਵ ਹੋਵੇਗਾ। ਇਹ ਵੀ 0 ਹੋਣਗੇ ਕਿਉਂਕਿ x ਇੱਥੇ ਮੌਜੂਦ ਹੈ ਅਤੇ ਫਿਰ ਇਸ ਪੁਆਇੰਟ ਤੇ ਦੁਬਾਰਾ ਇਹ f(y) ਹੈ ਕਿ ਇੱਥੇ ਕੋਈ x ਅਤੇ y ਟਰਮ ਨਹੀਂ ਹੈ। ਇਸ ਲਈ ਇਹ 2 ਹੈ ਅਤੇ ਫਿਰ ਸਾਡੇ ਕੋਲ rt-s ਸਕੁਏਰ ਹੈ। ਸਾਨੂੰ rt- ਨੂੰ ਕੰਪਿਊਟ ਕਰਨ ਦੀ ਲੋੜ ਹੈ। ਇਸ ਲਈ ਇਹ ਇੱਥੇ r ਅਤੇ t ਹੈ। ਇਸ ਲਈ ਇਹ 0 ਅਤੇ -s ਸਕੁਏਰ 0 ਹੋਵੇਗਾ। ਇਸ ਲਈ ਸਾਡੇ ਕੋਲ ਇਹ rt- ਹੈ ਅਤੇ ਇਸ ਕੇਸ ਵਿੱਚ ਟੈਸਟ ਅਸਫਲ ਹੋ ਜਾਂਦਾ ਹੈ। ਇਸ ਲਈ ਅਸੀਂ ਇਸ rt-s ਸਕੁਏਰ ਜਾਂ ਸੈਕਿੰਡ ਆਰਡਰ ਡੈਰੀਵੇਟਿਵ ਟੈਸਟ ਦੇ ਆਧਾਰ ਤੇ ਕੋਈ ਸਿੱਟਾ ਨਹੀਂ ਕੱਢ ਸਕਦੇ ਅਤੇ ਸਾਨੂੰ ਸਿੱਟਾ ਕੱਢਣ ਲਈ ਕੁਝ ਹੋਰ ਤਰੀਕੇ ਲੱਭਣੇ ਪੈਣਗੇ। ਜੇਕਰ ਅਸੀਂ ਇਹ ਕਰ ਸਕਦੇ ਹਾਂ ਕਿ ਇਹ ਪੁਆਇੰਟ 0 0 ਕੀ ਹੈ, ਇਹ ਟੈਸਟ ਅਸਫਲ ਹੁੰਦਾ ਹੈ ਅਤੇ ਅਸੀਂ ਇਹ ਆਸਾਨੀ ਨਾਲ ਪਛਾਣ ਸਕਦੇ ਹਾਂ ਕਿ ਕੀ ਇਹ ਪੁਆਇੰਟ ਆਫ ਮੈਕਸਿਮਮ ਮਿਨੀਮਮ ਦਾ ਇੱਕ ਪੁਆਇੰਟ ਜਾਂ ਫਿਰ ਇੱਕ ਸੈਡਲ ਪੁਆਇੰਟ ਹੈ। ਜੇਕਰ ਅਸੀਂ ਹੁਣ ਸਿੱਧੇ ਰੂਪ ਵਿੱਚ ਕੰਪਿਊਟ ਕਰਦੇ ਹਾਂ ਤਾਂ ਆਈਡੀਆ ਇਹ ਡੈਲਟਾ ਟੈਸਟ ਸੀ। ਇਸ ਲਈ ਇਸ ਡੈਲਟਾ f ਦੇ ਸਾਈਨ ਦੇ ਆਧਾਰ ਤੇ ਅਸੀਂ ਇਹ ਫੈਸਲਾ ਕਰ ਸਕਦੇ ਹਾਂ ਕਿ ਕੀ ਇਹ ਪੁਆਇੰਟ ਆਫ ਮੈਕਸਿਮਮ ਜਾਂ ਪੁਆਇੰਟ ਆਫ ਮਿਨੀਮਮ ਹੈ ਜਾਂ ਨਹੀਂ। ਇਸ ਲਈ ਜੇਕਰ ਇਹ ਨੈਗੇਟਿਵ ਹੈ ਤਾਂ ਇਸ ਦਾ ਅਰਥ ਇਹ ਹੈ ਕਿ ਇਹ f(0 0) ਨੇਬਰਹੁੱਡ ਵਿਚਲੇ ਪੁਆਇੰਟਸ ਤੋਂ ਵੱਡਾ ਹੈ। ਇਸ ਲਈ ਸਾਡੇ ਕੋਲ ਲੋਕਲ ਮੈਕਸਿਮਮ ਹੈ ਅਤੇ ਇਹ ਕੇਸ ਜੇਕਰ ਇਹ ਡੈਲਟਾ f ਨੇਬਰਹੁੱਡ ਵਿੱਚ ਪੋਜ਼ਿਟਿਵ ਹੈ ਤਾਂ ਬੇਸ਼ੱਕ ਇਹ ਪੁਆਇੰਟ ਆਫ ਲੋਕਲ ਮਿਨੀਮਮ ਹੈ ਅਤੇ ਜੇਕਰ f ਇਸ 0 0 ਪੁਆਇੰਟ ਦੇ ਨੇਬਰਹੁੱਡ ਵਿੱਚ ਆਪਣਾ ਸਾਈਨ ਬਦਲ ਲੈਂਦਾ ਹੈ ਤਾਂ ਅਸੀਂ ਇਹ ਸਿੱਟਾ ਕੱਢਾਂਗੇ ਕਿ ਇਹ ਸੈਡਲ ਪੁਆਇੰਟ ਹੈ। ਅਸੀਂ ਇੱਥੇ ਹੁਣ ਇਸ ਡੈਲਟਾ f ਦੇ ਸਾਈਨ ਨੂੰ ਦੇਖਣ ਦੀ ਕੋਸ਼ਿਸ਼ ਕਰਾਂਗੇ। ਸੈਕਿੰਡ ਆਰਡਰ ਡੈਰੀਵੇਟਿਵ ਟੈਸਟ ਰਾਹੀਂ ਜਾਏ ਬਗੈਰ ਕਈ ਕੇਸਜ਼ ਵਿੱਚ ਇਹ ਕੰਮ ਕਰਦਾ ਹੈ, ਪਰ ਕਈ ਵਾਰ ਫੰਕਸ਼ਨ ਤੋਂ ਸਿੱਧੇ ਡੈਲਟਾ ਦੇ ਸਾਈਨ ਨੂੰ ਰੀਅਲਾਈਜ਼ ਕਰਨਾ ਮੁਸ਼ਕਿਲ ਹੁੰਦਾ ਹੈ। ਇਸ ਕੇਸ ਵਿੱਚ ਸ਼ਾਇਦ ਇਹ ਸੰਭਵ ਹੈ। ਇਸ ਲਈ ਜਦੋਂ ਸਾਡੇ ਕੋਲ ਇਹ f(-f(0 0 0) ਹੈ, ਇਹ f(k) ਇੱਥੇ ਸਿਰਫ ਇਹ ਹੋਵੇਗਾ, ਇਸ y ਨੂੰ k ਦੁਆਰਾ ਤਬਦੀਲ ਕੀਤਾ ਜਾਵੇਗਾ ਅਤੇ ਇਹ h ਸਕੁਏਰ k ਹੈ ਅਤੇ ਫਿਰ ਇੱਥੇ h ਨੂੰ
ਇਸ h ਨਾਲ ਤਬਦੀਲ ਕੀਤਾ ਜਾਵੇਗਾ, ਇਸ ਲਈ ਸਾਡੇ ਕੋਲ ਇੱਥੇ ਇਸ x ਲਈ h ਪਾਵਰ 4 ਹੈ। ਸਾਡੇ ਕੋਲ ਇਸ ਪੁਆਇੰਟ 00 ਦੇ ਨੇਬਰਹੁੱਡ ਵਿੱਚ ਇਸ ਡੈਲਟਾ f ਦੀ ਇਹ ਵੈਲਿਊ ਹੈ, ਅਤੇ ਫਿਰ ਅਸੀਂ ਬਣਾ ਸਕਦੇ ਹਾਂ, ਅਸੀਂ ਇਸ ਟਰਮ ਨੂੰ ਪਹਿਲੀ ਟਰਮਜ਼ ਦੇ ਰੂਪ ਵਿੱਚ ਦੁਬਾਰਾ ਲਿਖ ਸਕਦੇ ਹਾਂ। ਅਸੀਂ ਇਸ ਵੱਲ ਦੇਖਾਂਗੇ, ਇਸ ਲਈ ਸਾਡੇ ਕੋਲ k ਬਾਈ 2 ਅਤੇ h ਹੋਲ ਸਕੁਏਅਰ ਹੈ, ਤਾਂ ਅਸੀਂ ਇਸ ਹੋਲ ਸਕੁਏਅਰ ਤੋਂ ਕੀ ਪ੍ਰਾਪਤ ਕਰ ਰਹੇ ਹਾਂ? k ਸਕੁਏਅਰ ਬਾਈ 4, ਇਸ ਲਈ ਇੱਥੇ ਇਹ ਟਰਮ ਹੈ। ਆਓ ਚਰਚਾ ਕਰੀਏ, ਇਸ ਲਈ k ਸਕੁਏਅਰ ਬਾਈ 4, ਅਤੇ ਸਾਡੇ ਕੋਲ ਟਰਮ ਲਈ h ਹੈ, ਅਤੇ ਫਿਰ ਸਾਡੇ ਕੋਲ k h ਸਕੁਏਅਰ ਟਰਮ ਹੈ, ਤਾਂ ਇਹ 3 ਬਾਈ 2 k ਸਕੁਏਅਰ, ਇਸ ਲਈ ਇਹ k ਸਕੁਏਅਰ ਬਾਈ 4 ਹੈ, ਅਤੇ ਫਿਰ ਸਾਡੇ ਕੋਲ ਇਹ k ਸਕੁਏਅਰ 3 ਬਾਈ 2 ਇਹ k ਸਕੁਏਅਰ ਸੀ। ਇਹ ਅਜਿਹਾ ਹੋਵੇਗਾ, ਇਸ ਲਈ ਅਸੀਂ ਇੱਥੇ ਇਸ 4 ਨੂੰ ਪ੍ਰਾਪਤ ਕਰਨ ਲਈ ਇਹਨਾਂ ਦੋ ਟਰਮਜ਼ ਨੂੰ ਜੋੜ ਸਕਦੇ ਹਾਂ। ਅਤੇ ਫਿਰ ਸਾਡੇ ਕੋਲ ਉੱਥੇ ਇੱਕ ਹੈ, ਅਤੇ ਇਹ ਬਣ ਜਾਂਦਾ ਹੈ। ਇਹ 3 ਬਾਈ 4 ਹੋਣਾ ਚਾਹੀਦਾ ਹੈ, ਇਸ ਲਈ ਇਹ ਇੱਥੇ ਹੈ 3 ਬਾਈ 4, 2 ਦੀ ਬਜਾਏ ਸਾਡੇ ਕੋਲ ਇੱਥੇ 4 ਹੈ, ਇਸ ਲਈ 3 ਬਾਈ 4, ਅਤੇ ਇਹ 1 ਬਾਈ 4 ਉੱਥੇ ਇਹ ਬਿਲਕੁਲ k ਸਕੁਏਅਰ ਬਣਾਵੇਗਾ, ਅਤੇ ਸਾਡੇ ਕੋਲ h 4 ਹੈ, ਅਤੇ ਸਾਡੇ ਕੋਲ k ਇਨਟੂ h ਸਕੁਏਅਰ ਹੈ, ਇਸ ਲਈ ਇਹ ਸਿਰਫ 3 ਬਾਈ 4 k ਸਕੁਏਅਰ ਹੈ। ਹੁਣ ਸਾਡੇ ਕੋਲ 3 ਬਾਈ 4 ਹੋਵੇਗਾ, ਇਸ ਲਈ ਹੁਣ ਇੱਥੇ ਇਸ ਟਰਮ ਦੇ ਆਧਾਰ ਤੇ ਬਿਹੇਵੀਅਰ ਪ੍ਰਾਪਤ ਕਰਨ ਦੀ ਕੋਸ਼ਿਸ਼ ਕਰਾਂਗੇ, ਜੋ ਕਿ ਸਪਸ਼ਟ ਹੈ, ਕਿਉਂਕਿ ਜਦੋਂ h ਅਤੇ k ਦੋਨੋਂ ਨਾਨ ਜ਼ੀਰੋ ਹੁੰਦੇ ਹਨ ਤਾਂ ਇੱਕ 0 ਹੋ ਸਕਦਾ ਹੈ। ਅਸੀਂ ਹਾਲੇ ਵੀ ਨੇਬਰਹੁੱਡ ਵਿੱਚ ਹੋਵਾਂਗੇ, ਪਰ ਅਸੀਂ ਇਕੱਠਿਆਂ ਦੋਨਾਂ ਨੂੰ 0 ਤੇ ਸੈੱਟ ਨਹੀਂ ਕਰ ਸਕਦੇ। ਜੇਕਰ ਦੋਨਾਂ ਵਿੱਚੋਂ ਇੱਕ ਨਾਨ ਜ਼ੀਰੋ ਹੈ, ਉਦਾਹਰਨ ਲਈ k ਨਾਨ ਜ਼ੀਰੋ ਹੈ, ਤਾਂ ਸਾਡੇ ਕੋਲ ਇੱਥੇ ਕੁਝ ਪੋਜ਼ਿਟਿਵ ਹੈ, ਅਤੇ ਇੱਥੇ ਵੀ ਸਾਡੇ ਕੋਲ ਪੋਜ਼ਿਟਿਵ ਹੋਵੇਗਾ, ਇਹ ਉੱਥੇ ਸਕੁਏਅਰ ਹੈ। ਜੇਕਰ h ਨਾਨ ਜ਼ੀਰੋ ਹੈ ਤਾਂ ਦੁਬਾਰਾ ਇਹ 0 ਹੋ ਸਕਦਾ ਹੈ, ਇਸ ਲਈ ਫਿਰ h ਹੈ, ਇਹ ਉਦੋਂ ਤੱਕ ਪੋਜ਼ਿਟਿਵ ਟਰਮ ਹੋਵੇਗੀ ਜਦੋਂ ਤੱਕ ਕਿ h ਅਤੇ k ਦੋਨੋਂ 0 ਨਹੀਂ ਹੋ ਜਾਂਦੇ। ਇਹ ਨੈਗੇਟਿਵ ਪੋਜ਼ਿਟਿਵ ਹੋ ਸਕਦੇ ਹਨ, ਇਹ ਮਾਇਨੇ ਨਹੀਂ ਰੱਖਦਾ, ਪਰ ਇੱਥੇ h ਲਈ ਇਹ ਟਰਮ ਜਾਂ ਤਾਂ h ਨਾਨ ਜ਼ੀਰੋ ਹੈ ਜਾਂ k ਨਾਨ ਜ਼ੀਰੋ, ਜਾਂ ਫਿਰ ਦੋਨੋਂ ਨਾਨ ਜ਼ੀਰੋ ਹੋ ਸਕਦੇ ਹਨ, ਤਾਂ ਇਹ ਟਰਮ ਪੋਜ਼ਿਟਿਵ ਰਹੇਗੀ। ਅਤੇ ਇਸ ਦਾ ਇਹ ਅਰਥ ਹੋਵੇਗਾ ਕਿ ਨੇਬਰਹੁੱਡ ਵਿੱਚ ਅਸੀਂ ਜੋ ਵੀ ਪੁਆਇੰਟ ਲੈਂਦੇ ਹਾਂ, ਅਤੇ ਹਾਲਾਂਕਿ ਇਹ ਨੇਬਰਹੁੱਡ ਕਿੰਨਾ ਵੀ ਛੋਟਾ ਹੋਵੇ, ਇਹ ਡੈਲਟਾ f ਪੋਜ਼ਿਟਿਵ ਹੈ। ਇਸ ਕੇਸ ਵਿੱਚ ਜੇਕਰ ਇਹ ਪੋਜ਼ਿਟਿਵ ਹੈ ਤਾਂ ਇਸ ਦਾ ਅਰਥ ਇਹ ਹੈ ਕਿ ਨੇਬਰਹੁੱਡ ਵਿੱਚ ਫੰਕਸ਼ਨ ਜ਼ਿਆਦਾ ਵੈਲਿਊਜ਼ ਲੈ ਰਿਹਾ ਹੈ, ਲਾਰਜਰ ਵੈਲਿਊਜ਼, ਤਾਂ ਇਸ 0 ਨੂੰ ਪੁਆਇੰਟ ਆਫ ਲੋਕਲ ਮਿਨੀਮਮ ਹੋਣਾ ਚਾਹੀਦਾ ਹੈ। ਇਹ 0 ਪੁਆਇੰਟ ਆਫ ਲੋਕਲ ਮਿਨੀਮਮ ਹੈ। ਇਹ ਇਸ ਕੇਸ ਵਿੱਚ ਆਸਾਨ ਸੀ, ਕਿਉਂਕਿ ਟੈਸਟ ਅਸਫਲ ਹੋ ਜਾਂਦਾ ਹੈ, ਇਸ ਲਈ, ਪਰ ਇਹ ਇੱਕ ਸਫੀਸ਼ੀਐਂਟ ਕੰਡੀਸ਼ਨ ਸੀ, ਇਸ ਲਈ ਅਸੀਂ ਕੋਈ ਸਫੀਸ਼ੀਐਂਟ ਕੰਡੀਸ਼ਨ ਪ੍ਰਾਪਤ ਨਹੀਂ ਕਰ ਸਕਦੇ ਜੋ ਕਿ ਸਾਨੂੰ ਇਸ ਲੋਕਲ ਮਿਨੀਮਮ ਬਾਰੇ ਦੱਸ ਸਕੇ, ਪਰ ਇਸ ਫੰਕਸ਼ਨ ਲਈ ਸਿੱਧੇ ਬਿਹੇਵੀਅਰ ਤੇ ਡਿਸਕਸ ਕਰਨਾ ਬਹੁਤ ਆਸਾਨ ਸੀ, ਅਤੇ ਸਾਨੂੰ ਇਹ ਪਤਾ ਚੱਲਦਾ ਹੈ ਕਿ ਅਸੀਂ ਨੇਬਰਹੁੱਡ ਵਿੱਚ ਜੋ ਵੀ ਪੁਆਇੰਟ ਲੈਂਦੇ ਹਾਂ ਉਹ ਫੰਕਸ਼ਨ ਇਹ ਡੈਲਟਾ f ਪੋਜ਼ਿਟਿਵ ਹੋਵੇਗਾ, ਅਤੇ ਇਸ ਲਈ ਇਹ ਪੁਆਇੰਟ ਆਫ ਲੋਕਲ ਮਿਨੀਮਮ ਹੈ। ਅਸੀਂ ਇੱਥੇ ਇੱਕ ਹੋਰ ਉਦਾਹਰਨ ਤੇ ਚਰਚਾ ਕਰਾਂਗੇ ਕਿ f(x, y) ਜੋ ਇਕੁਅਲ ਹੈ 2x4 3x ਸਕੁਏਅਰ y ਪਲਸ y ਸਕੁਏਅਰ ਦੇ। ਇਹ ਪਹਿਲੀ ਉਦਾਹਰਨ ਦੇ ਸਮਾਨ ਹੈ। ਅਸੀਂ f(x, f(y) ਨੂੰ ਕੰਪਿਊਟ ਕਰਾਂਗੇ ਅਤੇ ਫਿਰ ਦੁਬਾਰਾ ਸਟੇਸ਼ਨਰੀ ਪੁਆਇੰਟ ਨੂੰ, ਅਤੇ ਅਸੀਂ ਇਹ ਦੇਖਾਂਗੇ ਕਿ ਇਸ ਕੇਸ ਵਿੱਚ ਇਸ 0 ਤੇ ਸਿਰਫ ਇੱਕ ਸਟੇਸ਼ਨਰੀ ਪੁਆਇੰਟ ਹੈ ਜੋ ਪਿਛਲੀ ਪ੍ਰੋਬਲਮ ਦੇ ਸਿਮਿਲਰ ਹੈ, ਅਤੇ ਹੁਣ ਅਸੀਂ ਇੱਥੋਂ ਇਸ f(x) ਨੂੰ ਕੰਪਿਊਟ ਕਰਦੇ ਹਾਂ। ਇਹ 0 ਬਣ ਜਾਵੇਗਾ ਕਿਉਂਕਿ ਟਰਮ x ਜਾਂ y ਹੋਵੇਗੀ, ਟਰਮ ਉੱਥੇ ਰਹੇਗੀ, ਅਤੇ ਫਿਰ ਅਸੀਂ ਇਸ f(y) ਨੂੰ ਕੰਪਿਊਟ ਕਰਦੇ ਹਾਂ। ਇਸ ਲਈ ਦੁਬਾਰਾ ਇੱਥੇ ਇਹ 6x ਆਵੇਗਾ ਅਤੇ 0 ਪੁਆਇੰਟ ਤੇ ਇਹ 0 ਹੋਵੇਗਾ, ਅਤੇ ਜਦੋਂ ਅਸੀਂ f(y) ਨੂੰ ਕੰਪਿਊਟ ਕਰਦੇ ਹਾਂ, ਇਸ ਨੂੰ ਅਸੀਂ ਦੁਬਾਰਾ y ਦੇ ਸੰਬੰਧ ਵਿੱਚ ਇਸ ਨੂੰ ਡਿਫਰੈਂਸ਼ੀਏਟ ਕਰਦੇ ਹਾਂ, ਅਸੀਂ ਇਹ ਪ੍ਰਾਪਤ ਕਰਾਂਗੇ। ਇਸ ਲਈ ਪਿਛਲੇ ਕੇਸ ਦੇ ਸਮਾਨ ਸਾਡੇ ਕੋਲ rt-s ਸਕੁਏਅਰ ਹੈ, ਇਸ ਲਈ ਇਹ ਟੈਸਟ ਫਿਰ ਤੋਂ ਅਸਫਲ ਹੋ ਜਾਂਦਾ ਹੈ, ਅਤੇ ਅਸੀਂ ਉਸੇ ਤਰ੍ਹਾਂ ਦੇ ਆਈਡੀਆ ਦਾ ਉਪਯੋਗ ਕਰਾਂਗੇ ਜਿਸ ਦੀ ਅਸੀਂ ਪਹਿਲਾਂ ਵਰਤੋਂ ਕੀਤੀ ਹੈ। ਇਸ ਲਈ ਅਸੀਂ ਹੁਣ ਵੀ ਇਸ f ਨੂੰ ਕੰਪਿਊਟ ਕਰਾਂਗੇ, ਹੁਣ ਨੇਬਰਹੁੱਡ ਵਿੱਚ ਪੁਆਇੰਟ -af00, ਜੋ ਕਿ ਠੀਕ ਉਸ ਫੰਕਸ਼ਨ ਦੇ ਰੂਪ ਵਿੱਚ ਆਵੇਗਾ ਜੋ ਕਿ ਹੈ 2h4 3h ਸਕੁਏਅਰ k ਪਲਸ k ਸਕੁਏਅਰ। ਅਤੇ ਇਸ ਕੇਸ ਵਿੱਚ ਅਸੀਂ ਦੁਬਾਰਾ ਥੋੜੀ ਮੈਨੀਪਿਊਲੇਸ਼ਨ ਕਰਾਂਗੇ, ਇਸ ਲਈ ਕੁਝ -3h ਸਕੁਏਅਰ k, ਅਸੀਂ ਇਸ ਨੂੰ -2h ਸਕੁਏਅਰ k ਅਤੇ -h ਸਕੁਏਅਰ k ਲਿਖਾਂਗੇ, ਅਤੇ ਫਿਰ ਅਸੀਂ ਪਹਿਲੀਆਂ ਦੋ ਟਰਮਜ਼ ਵਿੱਚੋਂ ਕਾਮਨ ਲੈਂਦੇ ਹਾਂ 2h ਸਕੁਏਅਰ। ਇੱਥੇ ਅਸੀਂ h ਸਕੁਏਅਰ ਅਤੇ -k ਅਤੇ ਫਿਰ ਇੱਥੋਂ -k ਪ੍ਰਾਪਤ ਕਰਦੇ ਹਾਂ, ਅਸੀਂ h ਸਕੁਏਅਰ -k ਹਾਸਲ ਕਰਾਂਗੇ।
ਸਾਡੇ ਕੋਲ h ਸਕੁਏਅਰ ਮਾਈਨਸ k ਇਨਟੂ 2h ਸਕੁਏਅਰ ਮਾਈਨਸ k ਦਾ ਪ੍ਰੋਡਕਟ ਹੈ ਅਤੇ ਫਿਰ ਅਸੀਂ ਚਰਚਾ ਕਰਾਂਗੇ ਕਿ ਇਸ ਡੈਲਟਾ 5 ਦੇ ਸਾਈਨ ਦੀ ਪਛਾਣ ਕਿਵੇਂ ਕਰੀਏ ਕਿ ਸਾਡੇ ਕੋਲ ਇੱਕ ਨਿਸ਼ਚਿਤ ਸਾਈਨ ਜਾਂ ਤਾਂ ਪੋਜ਼ਿਟਿਵ ਜਾਂ ਫਿਰ ਨੈਗੇਟਿਵ ਹੋਵੇ। ਇਸ ਪੁਆਇੰਟ ਦੇ ਨੇਬਰਹੁੱਡ ਵਿੱਚ ਸਾਰੇ ਪੁਆਇੰਟਸ ਤੇ ਜਾਂ ਸਾਈਨ ਬਦਲਦਾ ਹੈ। ਇਸ ਲਈ ਪਹਿਲੀ ਸੰਭਾਵਨਾ ਜੋ ਅਸੀਂ ਲੈਂਦੇ ਹਾਂ ਕਿ ਜੇਕਰ ਉਦਾਹਰਨ ਲਈ ਇਹ k ਨੈਗੇਟਿਵ ਹੈ, ਇਸ ਲਈ ਜੇਕਰ k ਨੈਗੇਟਿਵ ਹੈ ਬਗੈਰ ਇਸ ਦੀ ਪਰਵਾਹ ਕੀਤੇ ਕਿ ਸਾਡਾ h ਜੋ ਵੀ ਹੈ ਜਦੋਂ ਤੱਕ ਇਹ k ਨੈਗੇਟਿਵ ਹੈ ਤਾਂ ਇਹ ਟਰਮ ਪੋਜ਼ਿਟਿਵ ਹੋਵੇਗੀ। ਇੱਥੇ -k ਟਰਮ ਇੱਥੇ -k ਟਰਮ ਵੀ ਪੋਜ਼ਿਟਿਵ ਹੋਵੇਗੀ। ਜੋ ਵੀ ਇਹ h ਹੈ ਇਹ h 0 ਹੋ ਸਕਦਾ ਹੈ ਜਾਂ ਫਿਰ h ਨਾਨ 0 ਹੋ ਸਕਦਾ ਹੈ, ਪਰ ਜਦੋਂ k ਨੈਗੇਟਿਵ ਹੋਵੇ ਤਾਂ ਪ੍ਰੋਡਕਟ ਪੋਜ਼ਿਟਿਵ ਹੋਣ ਜਾ ਰਿਹਾ ਹੈ। ਇਸ ਲਈ ਸਾਡੇ ਕੋਲ ਇਹ ਡੈਲਟਾ f ਪੋਜ਼ਿਟਿਵ ਹੈ। ਇਸ ਸਥਿਤੀ ਵਿੱਚ ਜਦੋਂ k ਨੈਗੇਟਿਵ ਹੁੰਦਾ ਹੈ। ਹੁਣ ਅਸੀਂ ਅਸਲ ਵਿੱਚ ਇਸ ਕੇਸ ਵਿੱਚ ਦੂਸਰੀ ਸਥਿਤੀ ਦੇਖਾਂਗੇ ਕਿ ਡੈਲਟਾ f ਵੀ ਹੋ ਸਕਦਾ ਹੈ ਜਾਂ ਫਿਰ ਨੇਬਰਹੁੱਡ ਵਿੱਚ ਡੈਲਟਾ f ਨੈਗੇਟਿਵ ਹੈ। ਹੁਣ ਤੁਸੀਂ ਕਿੰਨਾ ਵੀ ਨੇੜੇ ਜਾਓ, h 0 ਹੈ, k ਇਕੁਅਲ ਟੂ 0 ਅਤੇ ਇਹ ਡੈਲਟਾ f ਨੈਗੇਟਿਵ ਹੋਵੇਗਾ। ਇਸ ਲਈ ਇੱਥੇ ਅਸੀਂ ਇਹ ਦੇਖਿਆ ਹੈ ਕਿ ਇਹ ਕਿ k ਲੈਸ ਦੈਨ 0 ਦੇ ਲਈ ਡੈਲਟਾ f ਪੋਜ਼ਿਟਿਵ ਹੈ। ਅਤੇ ਹੋਰ ਸੰਭਾਵਨਾਵਾਂ ਵਿੱਚ ਅਸੀਂ ਆਪਣੇ k ਅਤੇ h ਇਸ ਤਰ੍ਹਾਂ ਚੁਣਾਂਗੇ ਕਿ k h ਸਕੁਏਅਰ ਤੋਂ ਵੱਡਾ ਹੈ ਅਤੇ 2h ਸਕੁਏਅਰ ਤੋਂ ਘੱਟ ਹੈ। ਇਸ ਲਈ ਇਹ ਚੁਣ ਕੇ ਅਸੀਂ ਆਪਣੇ ਨੇਬਰਹੁੱਡ ਨੂੰ ਸੀਮਿਤ ਨਹੀਂ ਕਰ ਰਹੇ ਹਾਂ, ਅਸੀਂ ਜਿੰਨਾ ਨੇੜੇ ਜਾ ਸਕਦੇ ਹਾਂ ਇਸ 0 ਪੁਆਇੰਟ ਦੇ, ਜਿਸ ਦਾ ਅਰਥ ਹੈ ਕਿ h 0 ਅਤੇ k 0 ਪੁਆਇੰਟ ਇਹ ਪਾਥ ਹੋਣ ਤੇ ਜੋ ਕਿ ਇੱਥੇ h ਸਕੁਏਅਰ ਹੈ, ਇਹ ਕਿ h ਸਕੁਏਅਰ ਤੋਂ ਵੱਡਾ ਅਤੇ 2h ਸਕੁਏਅਰ ਤੋਂ ਛੋਟਾ ਹੋਣਾ ਚਾਹੀਦਾ ਹੈ। ਇਸ ਲਈ ਜੇਕਰ ਅਸੀਂ ਨੇਬਰਹੁੱਡ ਵਿੱਚ ਆਪਣੇ h ਅਤੇ k ਪੁਆਇੰਟ ਚੁਣਦੇ ਹਾਂ ਜੋ ਇਸ ਇਨਇਕੁਆਲਿਟੀ ਨੂੰ ਪੂਰਾ ਕਰਦਾ ਹੈ, ਤਾਂ ਕੀ ਹੋਵੇਗਾ? ਉਹ ਇਹ ਹੈ ਕਿ ਇਹ h ਸਕੁਏਅਰ k ਨਾਲੋਂ ਛੋਟਾ ਹੈ, ਇਸ ਲਈ k ਵੱਡਾ ਹੈ, ਇਹ ਨੈਗੇਟਿਵ ਨੰਬਰ ਹੈ। ਅਤੇ ਫਿਰ 2h ਸਕੁਏਅਰ k ਨਾਲੋਂ ਵੱਡਾ ਹੈ, ਇਸ ਲਈ ਇਹ ਪੋਜ਼ਿਟਿਵ ਨੰਬਰ ਹੈ। ਇਸ ਲਈ ਇਹ ਨੈਗੇਟਿਵ ਪੋਜ਼ਿਟਿਵ ਇਸ ਨੂੰ ਨੈਗੇਟਿਵ ਬਣਾ ਦੇਣਗੇ। ਤਾਂ ਹੁਣ ਨੇਬਰਹੁੱਡ ਵਿੱਚ ਜਦੋਂ ਇਹ h ਅਤੇ k ਇਹਨਾਂ ਪੁਆਇੰਟਸ ਨੂੰ ਪੂਰਾ ਕਰਦੇ ਹਨ, ਫਿਰ ਸਾਡੇ ਕੋਲ ਇਹ ਡੈਲਟਾ f ਨੈਗੇਟਿਵ ਹੈ। ਇਸ ਲਈ ਜੋ ਅਸੀਂ ਦੇਖਿਆ ਹੈ ਇਹ ਦਿਲਚਸਪ ਹੈ ਕਿ ਇਸ 0 ਪੁਆਇੰਟ ਦੇ ਨੇਬਰਹੁੱਡ ਵਿੱਚ ਅਸੀਂ ਇਹ ਦੇਖਦੇ ਹਾਂ ਕਿ ਇਹ ਡੈਲਟਾ f ਪੋਜ਼ਿਟਿਵ ਹੈ ਅਤੇ ਨਾਲ ਹੀ ਇਹ ਡੈਲਟਾ f ਨੈਗੇਟਿਵ ਹੈ। ਇਸ ਲਈ ਇਹ 0 ਪੁਆਇੰਟ ਦੇ ਨੇਬਰਹੁੱਡ ਵਿੱਚ ਇਸ ਦਾ ਸਾਈਨ ਬਦਲ ਰਿਹਾ ਹੈ ਅਤੇ ਇਸ ਦਾ ਅਰਥ ਇਹ ਹੈ ਕਿ ਇਹ 0 ਇੱਕ ਸੈਡਲ ਪੁਆਇੰਟ ਹੈ। ਇਸ ਲਈ ਦੁਬਾਰਾ ਅਸੀਂ ਇੱਥੇ ਇਸ ਪੁਆਇੰਟ 0 ਪੁਆਇੰਟ ਦੀ ਪਛਾਣ ਕਰ ਸਕਦੇ ਹਾਂ ਅਤੇ ਇਹ ਸੈਡਲ ਪੁਆਇੰਟ ਦੇ ਰੂਪ ਵਿੱਚ ਆਵੇਗਾ ਜੋ ਕਿ ਸੈਕਿੰਡ ਆਰਡਰ ਟੈਸਟ ਨਾਲ ਸੰਭਵ ਨਹੀਂ ਸੀ, ਪਰ ਡਾਇਰੈਕਟ ਆਬਜ਼ਰਵੇਸ਼ਨ ਜੋ ਕਿ ਅਸੀਂ ਪਤਾ ਕਰ ਸਕਦੇ ਹਾਂ ਕਿ ਇਹ ਇੱਕ ਸੈਡਲ ਪੁਆਇੰਟ ਹੈ। ਖੈਰ, ਇਸ ਲਈ ਇਹ ਫਿਰ ਇਸ ਫੰਕਸ਼ਨ ਦੇ ਇਸ ਮੈਕਸਿਮਮ ਅਤੇ ਮਿਨੀਮਮ ਦੀ ਇੱਕ ਸਿੰਪਲ ਪ੍ਰੋਬਲਮ ਹੈ। ਪਹਿਲੇ ਕੁਆਡਰੈਂਟ ਵਿੱਚ ਇੱਕ ਟਰਾਇਐਂਗੂਲਰ ਪਲੇਟ ਤੇ ਜੋ ਕਿ ਇਸ 0 ਨਾਲ ਬਾਉਂਡਡ ਹੈ, x ਇਕੁਅਲ ਟੂ y ਇਕੁਅਲ ਟੂ 0 ਅਤੇ y ਇਕੁਅਲ ਟੂ 9-x ਲਾਈਨ ਹੈ। ਇਸ ਲਈ ਇਹ ਇਸ ਪ੍ਰੋਬਲਮ ਦਾ ਡੋਮੇਨ ਹੈ। ਇੱਥੇ ਇਹ ਬਾਉਂਡਡ ਡੋਮੇਨ ਹੈ ਕਿਉਂਕਿ ਇਹ x ਇਕੁਅਲ ਟੂ 0, y ਇਕੁਅਲ ਟੂ 0 ਅਤੇ y ਇਕੁਅਲ ਟੂ 9-x ਹੈ। ਇੱਥੇ ਇਹ ਬਾਉਂਡਰੀਜ਼ ਹਨ, ਇਹ 0 ਪੁਆਇੰਟ ਹੈ, ਇਹ 9 ਪੁਆਇੰਟ ਹੈ। ਤਾਂ ਹੁਣ ਇਸ ਕੇਸ ਵਿੱਚ ਸਾਨੂੰ ਇੰਟੀਰੀਅਰ ਅਤੇ ਨਾਲ ਹੀ ਬਾਉਂਡਰੀ ਤੇ ਕੰਸੀਡਰ ਕਰਨਾ ਪਵੇਗਾ, ਤਾਂ ਜੋ ਕਿ ਜਦੋਂ ਸਾਡੇ ਕੋਲ ਬਾਉਂਡਡ ਡੋਮੇਨ ਹੋਵੇ ਤਾਂ ਸਾਨੂੰ ਕੰਸੀਡਰ ਕਰਨਾ ਪਵੇਗਾ ਕਿਉਂਕਿ ਇਹ ਮੈਕਸਿਮਮ ਮਿਨੀਮਮ ਬਾਉਂਡਰੀ ਤੇ ਐਗਜ਼ਿਸਟ ਹੋ ਸਕਦੇ ਹਨ। ਇਸ ਲਈ ਇਹ ਇੰਟੀਰੀਅਰ ਪੁਆਇੰਟਸ ਇਸ ਦਾ ਅਰਥ ਹੈ ਹੁਣ ਬਾਉਂਡਰੀ ਛੱਡਣਾ। ਇਸ ਲਈ ਇੰਟੀਰੀਅਰ ਪੁਆਇੰਟਸ ਤੇ ਅਸੀਂ ਇਹ ਸਟੇਸ਼ਨਰੀ ਪੁਆਇੰਟਸ ਖੋਜਾਂਗੇ ਅਤੇ ਵੱਖਰੇ ਰੂਪ ਵਿੱਚ ਅਸੀਂ ਹੈਂਡਲ ਕਰਾਂਗੇ, ਜਾਂ ਫਿਰ ਬਾਉਂਡਰੀ ਤੇ ਅਸੀਂ ਐਕਸਟਰੀਮਾ ਲਈ ਖੋਜ ਕਰਾਂਗੇ। ਇਸ ਲਈ ਇਸ ਪ੍ਰੋਬਲਮ ਲਈ ਸਟੇਸ਼ਨਰੀ ਪੁਆਇੰਟ ਅਸੀਂ ਆਸਾਨੀ ਨਾਲ fx ਅਤੇ fy ਕੰਪਿਊਟ ਕਰ ਸਕਦੇ ਹਾਂ ਅਤੇ ਇਹ 1 ਅਤੇ 1 ਹੋ ਜਾਂਦੇ ਹਨ। ਇੱਥੇ ਇਹ ਇਸ ਡੋਮੇਨ ਵਿੱਚ ਸਟੇਸ਼ਨਰੀ ਪੁਆਇੰਟ ਹੈ, ਬਾਉਂਡਰੀ ਨੂੰ ਛੱਡਦੇ ਹੋਏ ਇਸ ਇੰਟੀਰੀਅਰ ਦੇ ਡੋਮੇਨ ਵਿੱਚ। ਇਸ ਲਈ ਸਾਨੂੰ ਇਹ ਪੁਆਇੰਟ ਕੰਸੀਡਰ ਕਰਨਾ ਪਵੇਗਾ ਕਿਉਂਕਿ ਸਾਡੇ ਕੋਲ ਲੋਕਲ ਐਕਸਟਰੀਮਾ ਹੋ ਸਕਦਾ ਹੈ ਇਸ ਇੰਟੀਰੀਅਰ ਪੁਆਇੰਟ ਤੇ, ਪਰ ਇਸ ਪ੍ਰੋਬਲਮ ਵਿੱਚ ਸਾਡੀ ਰੁਚੀ ਐਬਸੋਲਿਊਟ ਮੈਕਸਿਮਮ ਅਤੇ ਮਿਨੀਮਮ ਖੋਜਣ ਵਿੱਚ ਹੈ। ਇਸ ਲਈ ਨਿਸ਼ਚਿਤ ਰੂਪ ਵਿੱਚ ਅਸੀਂ ਇਸ ਪੁਆਇੰਟ ਤੇ ਟੈਸਟ ਕਰਾਂਗੇ ਕਿ ਬਾਅਦ ਵਿੱਚ ਫੰਕਸ਼ਨ ਦੀ ਵੈਲਿਊ ਕੀ ਹੈ। ਇਸ ਲਈ ਸਾਡੇ ਕੋਲ ਇੱਕ ਪੁਆਇੰਟ ਅਤੇ ਕੋਈ ਬਾਉਂਡਰੀ ਪੁਆਇੰਟਸ ਨਹੀਂ ਹਨ, ਸਾਨੂੰ ਇੱਥੇ ਉਹ ਲਾਈਨ ਦੇ ਨਾਲ ਦੇਖਣਾ ਪਵੇਗਾ। y 0 ਹੈ, ਇਸ ਲਈ ਅਸੀਂ ਆਪਣੇ fx ਨੂੰ y 0 ਦੇ ਰੂਪ ਵਿੱਚ ਸੈਟ ਕਰ ਸਕਦੇ ਹਾਂ। ਇਸ ਲਈ f 2 + 2x - x ਸਕੁਏਅਰ ਹੋਵੇਗਾ ਅਤੇ x ਇਸ 0 ਤੋਂ 9 ਵਿੱਚ ਬਦਲਦਾ ਹੈ। ਇਸ ਲਈ ਇਹ ਇੱਕ ਵੇਰੀਏਬਲ ਪ੍ਰੋਬਲਮ ਹੈ ਅਤੇ ਅਸੀਂ ਫਿਰ ਕ੍ਰਿਟੀਕਲ ਪੁਆਇੰਟ ਲਈ ਦੇਖ ਸਕਦੇ ਹਾਂ ਸਿਰਫ ਇਸ ਫੰਕਸ਼ਨ ਨੂੰ x ਦੇ ਸੰਬੰਧ ਵਿੱਚ ਡਿਫਰੈਂਸ਼ੀਏਟ ਕਰਦੇ ਹੋਏ, ਜੋ ਕਿ x ਤੇ ਇਕੁਅਲ ਟੂ 1 ਦੇ ਰੂਪ ਵਿੱਚ ਆਵੇਗਾ। ਉੱਥੇ
ਲੋਕਲ ਮੈਕਸਿਮਮ ਜਾਂ ਮਿਨੀਮਮ ਦਾ ਇੱਕ ਪੁਆਇੰਟ ਹੋ ਸਕਦਾ ਹੈ। ਸਾਨੂੰ ਅਸਲੀਅਤ ਵਿੱਚ ਪਛਾਣ ਲਈ ਜਾਣ ਦੀ ਲੋੜ ਨਹੀਂ ਹੈ, ਇਸ ਲਈ ਉਹ ਕੁਝ ਪੁਆਇੰਟਸ ਹੋਣਗੇ ਜਿੱਥੇ ਕਿ ਮੈਕਸਿਮਾ ਮਿਨੀਮਾ ਦਿਖ ਸਕਦੇ ਹਨ ਅਤੇ ਫਿਰ ਉਹਨਾਂ ਪੁਆਇੰਟਸ ਤੇ ਅਸੀਂ ਫੰਕਸ਼ਨ ਵੈਲਿਊ ਪ੍ਰਾਪਤ ਕਰਾਂਗੇ। ਅਤੇ ਉੱਥੋਂ ਦੀ ਅਸੀਂ ਇਹ ਸਿੱਟਾ ਕੱਢ ਸਕਦੇ ਹਾਂ ਮੈਕਸਿਮਮ ਵੈਲਿਊ ਕਿਹੜੀ ਹੈ ਅਤੇ ਮਿਨੀਮਮ ਵੈਲਿਊ ਕਿਹੜੀ ਹੈ। ਇੱਥੇ ਇਹ ਇਸ ਵਨ ਡਾਇਮੈਂਸ਼ਨਲ ਪ੍ਰੋਬਲਮ ਵਿੱਚ ਇੱਕ ਸਟੇਸ਼ਨਰੀ ਪੁਆਇੰਟ ਹੈ, ਇਸ ਲਈ ਇਸ ਐਕਸਟਰੀਮਾ ਲਈ ਸੰਭਾਵਿਤ ਉਮੀਦਵਾਰ ਕਿਉਂਕਿ ਫਿਰ ਇਸ ਪ੍ਰੋਬਲਮ ਲਈ ਹੁਣ ਸਾਡੇ ਕੋਲ ਬਾਉਂਡਰੀ ਪੁਆਇੰਟ 0 ਅਤੇ 9 ਹੈ, ਇਸ ਲਈ ਸਾਨੂੰ 0 ਪੁਆਇੰਟਸ ਅਤੇ 9 ਪੁਆਇੰਟ ਨੂੰ ਵੀ ਕੰਸੀਡਰ ਕਰਨਾ ਪਵੇਗਾ ਅਤੇ ਜਦੋਂ x ਇਕੁਅਲ ਟੂ 1 ਸੈਟ ਹੈ ਜੋ ਕਿ ਇਸ ਪ੍ਰੋਬਲਮ ਲਈ ਇੱਕ ਸਟੇਸ਼ਨਰੀ ਪੁਆਇੰਟ ਹੈ, ਇਸ ਲਈ ਸਾਡੇ ਕੋਲ 3 ਪੁਆਇੰਟਸ ਹਨ। ਸਾਡੇ ਕੋਲ ਇਹ 0 ਪੁਆਇੰਟਸ ਹਨ ਜੋ ਕਿ ਇਸ ਵਨ ਡਾਇਮੈਂਸ਼ਨਲ ਪ੍ਰੋਬਲਮ ਦੀ ਬਾਉਂਡਰੀ ਹੈ ਅਤੇ ਇੱਥੇ ਸਾਡੇ ਕੋਲ 9 ਪੁਆਇੰਟ ਹੈ, ਇਸ ਲਈ ਸਾਡੇ ਕੋਲ 10 ਪੁਆਇੰਟਸ ਹਨ। ਇਹ 3 ਪੁਆਇੰਟਸ ਹਨ। ਇਸੇ ਤਰ੍ਹਾਂ ਇਸ OB ਲਾਈਨ ਸਮੇਤ ਸਾਨੂੰ ਹੁਣ ਇਸ ਲਾਈਨ ਦੇ ਨਾਲ x ਇਕੁਅਲ ਟੂ 0 ਖੋਜਣਾ ਪਏਗਾ। ਅਸੀਂ ਸੈੱਟ ਕਰ ਸਕਦੇ ਹਾਂ f(x, y) ਫੰਕਸ਼ਨ ਵਿੱਚ ਦੁਬਾਰਾ ਫਿਰ ਇਹ ਇੱਕ ਵੇਰੀਏਬਲ ਦੀ ਪ੍ਰੋਬਲਮ ਹੈ, ਸਾਨੂੰ ਸਟੇਸ਼ਨਰੀ ਪੁਆਇੰਟ ਲਈ ਖੋਜ ਕਰਨੀ ਪਵੇਗੀ ਅਤੇ ਇਸ ਬਾਉਂਡਰੀ ਦੇ ਨਾਲ ਬਾਉਂਡਰੀ ਦੀ ਵੀ ਇੱਥੇ ਸਾਡੇ ਕੋਲ 0 ਬਾਉਂਡਰੀ ਪੁਆਇੰਟ ਹੈ ਜੋ ਕਿ ਪਹਿਲਾਂ ਹੀ ਲਿਆ ਗਿਆ ਸੀ। ਸਾਡੇ ਕੋਲ 9 ਪੁਆਇੰਟ ਹੈ ਅਤੇ ਇੱਥੋਂ ਦੀ ਇਸ ਨੂੰ ਡਿਫਰੈਂਸ਼ੀਏਟ ਕਰਦੇ ਹੋਏ ਅਸੀਂ 0 ਜਾਂ 1 ਨੂੰ ਸਟੇਸ਼ਨਰੀ ਪੁਆਇੰਟ ਦੇ ਰੂਪ ਵਿੱਚ ਹਾਸਲ ਕਰਾਂਗੇ, ਇਸ ਲਈ ਸਾਡੇ ਕੋਲ ਇਹ 3 ਸਟੇਸ਼ਨਰੀ ਪੁਆਇੰਟਸ ਹਨ। ਮੇਰਾ ਇਹ ਮਤਲਬ ਹੈ ਕਿ ਐਕਸਟਰੀਮਾ ਲਈ ਇਹ 3 ਕੈਂਡੀਡੇਟ। ਇਸੇ ਤਰ੍ਹਾਂ ਸਾਨੂੰ ਇਹ ਦੁਬਾਰਾ ਕਰਨਾ ਪਵੇਗਾ ਕਿ ਇਹ ਤੀਸਰੀ ਬਾਉਂਡਰੀ y ਇਕੁਅਲ ਟੂ 9 x, ਇਸ ਲਈ ਅਸੀਂ y ਇਕੁਅਲ ਨੂੰ -x ਇਨਟੂ f(x, y) ਵਿੱਚ ਸਬਸਟੀਟਿਊਟ ਕਰਾਂਗੇ, ਇਸ ਲਈ ਸਾਡੇ ਕੋਲ ਫਿਰ ਇੱਕ ਵੇਰੀਏਬਲ ਦੀ ਪ੍ਰੋਬਲਮ ਹੋਵੇਗੀ। ਸਾਨੂੰ ਉੱਥੇ ਇੰਟੀਰੀਅਰ ਪੁਆਇੰਟ ਦੇਖਣਾ ਪਵੇਗਾ, ਇਸ ਲਈ f(x ਇਕੁਅਲ ਟੂ 0 ਹੈ। ਅਸੀਂ ਕੇਵਲ ਇੱਕ ਪੁਆਇੰਟ ਹਾਸਲ ਕਰਾਂਗੇ ਜੋ ਕਿ 9/2 ਅਤੇ 9/2 ਹੈ, ਇਹ ਉੱਥੇ ਇੱਕ ਪੁਆਇੰਟ ਹੈ ਅਤੇ ਸਪਸ਼ਟ ਰੂਪ ਵਿੱਚ ਇਹ ਬਾਉਂਡਰੀ ਪੁਆਇੰਟਸ ਜਿਨ੍ਹਾਂ ਨੂੰ ਕਿ ਪਿਛਲੀ ਪ੍ਰੋਬਲਮ ਰਾਹੀਂ ਪਹਿਲਾਂ ਹੀ ਧਿਆਨ ਵਿੱਚ ਰੱਖਿਆ ਗਿਆ ਹੈ, ਇਸ ਲਈ ਸਾਡੇ ਕੋਲ ਬਹੁਤ ਸਾਰੇ ਪੁਆਇੰਟਸ ਹਨ। ਇੱਥੇ 4 5 6 7 ਪੁਆਇੰਟਸ ਹਨ ਜਿੱਥੇ ਕਿ ਫੰਕਸ਼ਨ ਮੈਕਸਿਮਮ ਜਾਂ ਮਿਨੀਮਮ ਵੈਲਿਊ ਲੈ ਸਕਦਾ ਹੈ, ਇਸ ਲਈ ਸਾਨੂੰ ਇਸ ਇੰਟੀਰੀਅਰ ਬਾਰੇ ਕੰਸੀਡਰ ਕਰਨਾ ਪਵੇਗਾ ਅਤੇ ਸਾਨੂੰ ਬਾਉਂਡਰੀਜ਼ ਬਾਰੇ ਵੀ ਕੰਸੀਡਰ ਕਰਨਾ ਪਵੇਗਾ ਜਦੋਂ ਇੱਕ ਕਲੋਜ਼ਡ ਅਤੇ ਬਾਉਂਡਡ ਡੋਮੇਨ ਹੋਵੇਗਾ। ਇੱਥੇ ਇਹਨਾਂ ਪੁਆਇੰਟਸ ਤੇ ਅਸੀਂ ਸਿਰਫ ਫੰਕਸ਼ਨ ਦਾ ਮੁਲਾਂਕਣ ਕਰਾਂਗੇ ਕਿਉਂਕਿ ਸਾਡੀ ਰੁਚੀ ਗਲੋਬਲ ਮੈਕਸਿਮਮ ਮਿਨੀਮਮ ਖੋਜਣ ਵਿੱਚ ਹੈ। ਸਾਨੂੰ ਲੋਕਲ ਮੈਕਸਿਮਮ ਜਾਂ ਮਿਨੀਮਮ ਲਈ ਇਸ ਹਰੇਕ ਪੁਆਇੰਟ ਦੀ ਪਛਾਣ ਕਰਨ ਦੀ ਲੋੜ ਨਹੀਂ ਹੈ। ਇੱਕ ਤੇ ਫੰਕਸ਼ਨ f(x, y) 4 ਅਤੇ 0 ਵੈਲਿਊ ਲੈ ਰਿਹਾ ਹੈ ਅਤੇ 2 ਲੈ ਰਿਹਾ ਹੈ ਅਤੇ ਇਸ ਤੋਂ ਅੱਗੇ ਵੀ, ਇਸ ਲਈ ਇੱਥੇ ਅਸੀਂ ਇਹਨਾਂ ਪੁਆਇੰਟਸ ਤੇ ਇਹਨਾਂ ਸਾਰੀਆਂ ਵੈਲਿਊਜ਼ ਨੂੰ ਕੰਪਿਊਟ ਕੀਤਾ ਹੈ ਅਤੇ ਫਿਰ ਅਸੀਂ ਇਹ ਦੇਖਾਂਗੇ ਕਿ ਇਹ k ਅਤੇ ਇਹ -16 ਜੋ ਕਿ ਫੰਕਸ਼ਨ 9 ਤੇ ਲੈਂਦਾ ਹੈ, 9 ਪੁਆਇੰਟ ਜੋ ਕਿ ਸਾਰਿਆਂ ਵਿੱਚੋਂ ਮਿਨੀਮਮ ਹੈ ਅਤੇ ਇਹ 4 ਇੱਕ ਪੁਆਇੰਟ ਤੇ ਮੈਕਸਿਮਮ 1 ਹੈ। ਫੰਕਸ਼ਨ ਇੱਥੇ ਇੱਕ ਪੁਆਇੰਟ ਤੇ ਮੈਕਸਿਮਮ ਅਤੇ ਇੰਟੀਰੀਅਰ ਲੈਂਦਾ ਹੈ ਅਤੇ ਇਹ 9 ਜਾਂ ਫਿਰ 9 ਪੁਆਇੰਟ ਤੇ ਮਿਨੀਮਮ ਲੈਂਦਾ ਹੈ ਜਿਸ ਦੀ ਵੈਲਿਊ -61 ਹੈ। ਤਾਂ ਇਹ ਇੱਕ ਬਾਉਂਡਡ ਡੋਮੇਨ ਨਾਲ ਇੱਕ ਪ੍ਰੋਬਲਮ ਸੀ ਪਹਿਲਾਂ ਦੀਆਂ ਪ੍ਰੋਬਲਮਸ ਜਿੱਥੇ ਕਿ ਓਪਨ ਡੋਮੇਨ ਸੀ, ਇਸ ਲਈ ਜਿੱਥੇ ਅਸੀਂ ਬਾਉਂਡਰੀ ਨੂੰ ਕੰਸੀਡਰ ਨਹੀਂ ਕੀਤਾ ਹੈ ਉੱਥੇ ਪ੍ਰੋਬਲਮ ਵਿੱਚ ਕੋਈ ਬਾਉਂਡਰੀ ਨਹੀਂ ਸਨ। ਪਰ ਇੱਥੇ ਸਾਨੂੰ ਇਹ ਕਰਨਾ ਪਵੇਗਾ ਜਿੱਥੇ ਇੱਕ ਬਾਉਂਡਰੀ ਹੈ ਅਤੇ ਡੋਮੇਨ ਬੰਦ ਹੈ, ਤਾਂ ਸਾਨੂੰ ਬਾਉਂਡਰੀਜ਼ ਲਈ ਵੀ ਦੇਖਣਾ ਪਵੇਗਾ ਕਿਉਂਕਿ ਬਾਉਂਡਰੀਜ਼ ਤੇ ਮੈਕਸਿਮਮ ਮਿਨੀਮਮ ਹੋ ਸਕਦਾ ਹੈ ਜੋ ਕਿ ਇੱਥੇ ਇੱਕ ਕੇਸ ਹੈ ਜਿਵੇਂ ਕਿ 9 ਜਾਂ ਫਿਰ 9 ਤੇ ਮਿਨੀਮਮ ਹੈ। ਇੱਥੇ ਕਨਕਲੂਜਨ ਇਹ ਹੈ ਕਿ ਮੈਕਸਿਮਮ ਮਿਨੀਮਮ ਸਿਰਫ ਡੋਮੇਨ ਦੇ ਬਾਉਂਡਰੀ ਪੁਆਇੰਟਸ ਤੇ ਹੀ ਹੋ ਸਕਦੇ ਹਨ ਕਿ ਇੱਕ ਅਤੇ ਦੂਜਾ ਕ੍ਰਿਟੀਕਲ ਪੁਆਇੰਟ ਜੋ ਕਿ ਅਸੀਂ ਮੈਕਸਿਮਮ ਅਤੇ ਮਿਨੀਮਮ ਲਈ ਸੰਭਾਵਿਤ ਕੈਂਡੀਡੇਟਸ ਲਈ ਦੇਖਣਾ ਹੈ। ਇਹੋ ਹਵਾਲੇ ਹਨ ਅਤੇ ਤੁਹਾਡਾ ਬਹੁਤ ਬਹੁਤ ਧੰਨਵਾਦ।